ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਤੋਂ ਲਾਈਵ ਜੁੜੇ ਹੋਏ ਹੋ। ਮੇਰੇ ਨਾਲ ਨੀਲ ਭਲਿੰਦਰ ਸਿੰਘ ਚੰਡੀਗੜ੍ਹ ਤੋਂ ਜੁੜ ਗਏ ਨੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਫਿਰ ਗਹਿਮਾ ਗਹਿਮੀ ਜਿਹੜੀ ਸ਼ੁਰੂ ਹੋ ਗਈ ਆ। ਅੱਜ ਡੇਰਾ ਸਿਰਸਾ ਦੇ ਕੁਛ ਬੰਦੇ ਆਏ, ਉਹਨਾਂ ਨੇ ਉੱਥੇ ਬਹੁਤ ਕੁਛ ਕਿਹਾ, ਪ੍ਰੈਸ ਕਾਨਫਰੰਸ ਕੀਤੀ। ਉਸ ਤੋਂ ਬਾਅਦ ਅਕਾਲੀ ਦਲ ਦੇ ਵੀ ਤੁਰੰਤ ਜਿਹੜੇ ਨੇ ਬਲਵਿੰਦਰ ਸਿੰਘ ਭੂੰਦੜ ਹੋਰਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਮੈਂ ਦੇਖ ਰਿਹਾ ਸੀ ਉਹ ਉੱਤੇ ਆ ਰਹੇ ਕਿ ਉਹਨਾਂ ਦਾ ਜਵਾਬ ਦੇ ਰਹੇ ਨੇ। ਨੀਲ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਨੀਲ ਜੀ। ਸਤਿ ਸ਼੍ਰੀ ਅਕਾਲ ਜੀ ਦਾਨੀਲ ਸਾਹਿਬ। ਨੀਲ ਜੀ, ਸਭ ਤੋਂ ਪਹਿਲਾਂ ਤਾਂ ਪ੍ਰੈਸ ਕਾਨਫਰੰਸ ਬੜੀ ਦੇਰ ਬਾਅਦ ਡੇਰੇ ਵਾਲਿਆਂ ਨੇ ਕੀਤੀ ਹੈ, ਪਰਦਾਫਾਸ਼ ਪ੍ਰੈਸ ਕਾਨਫਰੰਸ। ਪਰਸੋਂ ਚੌਥੇ ਤੋਂ ਕਰਕੇ ਗਏ ਸੀਗੇ ਵੀ ਆਪ ਦਾ ਪੱਖ ਰੱਖ ਕੇ ਗਏ ਸੀ ਜੀ, ਸਾਨੂੰ ਵਿੱਚ ਫਸਾਇਆ ਜਾ ਰਿਹਾ, ਪਰ ਅੱਜ ਬਹੁਤ ਕੁਛ ਕਹਿ ਗਏ ਨੇ। ਦੇਖੋ, ਪਰਦਾਫਾਸ਼ ਪ੍ਰੈਸ ਕਾਨਫਰੰਸ ਦੋਵੇਂ ਪਾਸੇ ਨੂੰ ਹੈ। ਆਪਣਾ ਪਰਦਾਫਾਸ਼ ਕਰਾਇਆ ਉਹ ਵੱਧ ਹੈ। ਦੋ ਤਿੰਨ ਗੱਲਾਂ ਨੇ, ਥੋੜਾ ਜਿਹਾ ਮੈਂ ਸੰਖੇਪ ਚ ਰੱਖਣਾ ਚਾਹਾਂਗਾ ਕਿਉਂਕਿ ਥੋੜਾ ਜਿਹਾ ਸਮੇਂ ਦੀ ਸ਼ਾਰਟੇਜ ਹੈ। ਮੈਂ ਮਾਰਕੀਟ ਚ ਅਚਾਨਕ ਤੇ ਦੋ ਤਿੰਨ ਵੱਡੇ ਸਵਾਲ ਨੇ ਜਿਹੜੇ ਹਾਲੇ ਤੱਕ ਕਿਸੇ ਨੇ ਨਹੀਂ ਚੁੱਕੇ। ਪਹਿਲੀ ਗੱਲ, ਡੇਰੇ ਵਾਲੇ ਨੇ ਕਿਹਾ ਹੈ ਕਿ 2007 ਚ ਅਸੀਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਤੇ 2017 ਚ ਅਸੀਂ ਅਕਾਲੀ ਦਲ ਨੂੰ ਵੋਟਾਂ ਪਾਈਆਂ ਸੀ। ਅੱਛਾ ਜੀ। ਉਹਨਾਂ ਦਾ ਇਹ ਕਹਿਣਾ ਹੈ ਕਿ 2017 ਚ ਅਕਾਲੀ ਦਲ ਨੂੰ ਵੋਟਾਂ ਪਾਈਆਂ ਸੀ, ਇਸ ਕਰਕੇ ਕਾਂਗਰਸ ਸਰਕਾਰ ਨੇ ਸਾਨੂੰ ਟਾਰਗੇਟ ਕਰਕੇ ਸਾਨੂੰ ਇਹਦੇ ਵਿੱਚ ਫਸਾਇਆ ਹੈ ਬੇਅਦਬੀ ਮਾਮਲੇ ਚ ਜੀ। ਇਹ ਚੀਜ਼ ਨੂੰ ਅਗਰ ਲਹਿਦਾ ਛੱਡ ਦਈਏ ਆਪਾਂ, ਤਾਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇੱਕ ਤਾਂ ਅਕਾਲੀ ਦਲ ਦਾ ਪਰਦਾਫਾਸ਼ ਹੋਇਆ ਕਿ ਬੇਅਦਬੀ ਹੋ ਜਾਣ ਤੋਂ ਬਾਅਦ ਵੀ 2015 ਚ ਜੀ ਡੇਰੇ ਵੱਲ ਸਿੱਧੀ ਉਂਗਲ ਉੱਠ ਜਾਣ ਤੋਂ ਬਾਅਦ ਵੀ ਡੇਰਾ ਮੁਖੀ ਨੂੰ ਮਾਫੀ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਉਸੇ ਸਾਲ 2015 ਚ। ਤੇ ਦੂਜਾ 2007 ਦਾ ਜਿਹੜਾ ਮਾਮਲਾ ਸੀ ਸਵਾਂਗ ਰਚਾਉਣ ਦਾ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਅਕਾਲੀ ਦਲ ਨੇ ਫਿਰ ਪੰਥਕ ਪਾਰਟੀ ਹੋਣ ਦੇ ਨਾਤੇ ਕਿਸ ਹੈਸੀਅਤ ਨਾਲ ਜਾਂ ਕਿਸ ਸਿਧਾਂਤ ਨਾਲ ਜਿਹੜੀ ਹੈਗੀ ਹੈ ਡੇਰਾ ਸੱਚਾ ਸੌਦਾ ਤੋਂ ਹਮਾਇਤ ਲਿੱਤੀ ਜੀ, ਨੰਬਰ 1। ਦੂਜਾ ਸਵਾਲ ਇਹ ਉੱਠਦਾ ਹੈ ਕਿ ਐਜ ਪਰ ਦਾ ਪੀਪਲਜ਼ ਰਿਪਰੈਜ਼ੈਂਟੇਸ਼ਨ ਐਕਟ 1951 ਕੇ 57 ਹੈ, ਮੈਨੂੰ ਐਗਜ਼ੈਕਟ ਸਾਲ ਨਹੀਂ ਯਾਦ ਆ ਰਿਹਾ, ਇਹ ਅਮੈਂਡਡ ਹੈ। ਤੇ ਇਹ ਐਕਟ ਦੇ ਮੁਤਾਬਕ ਜਿਹੜਾ ਹੈਗਾ ਲੋਕ ਪ੍ਰਤੀਨਿਧਤਾ ਐਕਟ ਜਿਹਨੂੰ ਆਪਾਂ ਕਹਿੰਦੇ ਆ, ਕਿਸੇ ਦਾ ਵੋਟ ਹੱਕ ਜਿਹੜਾ ਨਿੱਜੀ ਹੁੰਦਾ, ਨਿੱਜਤਾ ਦਾ ਵਿਸ਼ਾ ਹੁੰਦਾ। ਹਾਂ ਬਿਲਕੁਲ। ਤੁਸੀਂ ਕਿਵੇਂ ਰਿਵੀਲ ਕਰ ਸਕਦੇ ਹੋ ਕਿ ਮੇਰੇ ਪੈਰੋਕਾਰਾਂ ਨੇ ਅਕਾਲੀ ਦਲ ਜਾਂ ਫਲਾਹ ਪਾਰਟੀ ਨੂੰ ਵੋਟ ਪਾਈ ਸੀ? ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਤੁਸੀਂ ਉਹਦੀ ਨਿੱਜਤਾ ਦੇ ਹੱਕ ਨੂੰ ਵਾਇਓਲੇਟ ਕਰ ਰਹੇ ਹੋ, ਤੁਸੀਂ ਉਹਦੀ ਪ੍ਰਾਈਵੇਸੀ ਜਿਹੜੀ ਹੈਗੀ ਹੈ ਵੋਟ ਨੂੰ ਲੈ ਕੇ ਉਹ ਤੁਸੀਂ ਕਰ ਰਹੇ ਹੋ। ਦੂਜੀ ਗੱਲ, ਇਹੀ ਐਕਟ ਇਹ ਵੀ ਕਹਿੰਦਾ ਹੈ ਕਿ ਤੁਸੀਂ ਸੰਗਠਿਤ ਰੂਪ ਤੇ ਕਿਸੇ ਨੂੰ ਆਦੇਸ਼ ਨਹੀਂ ਦੇ ਸਕਦੇ ਕਿ ਤੁਸੀਂ 100 ਬੰਦਿਆਂ ਨੇ ਉਸ ਨੂੰ ਵੋਟ ਪਾਉਣੀ ਹੈ। ਹਾਂਜੀ, ਇਹ ਹੁਕਮਾਂ ਦਾ ਵਿਸ਼ਾ ਨਹੀਂ। ਵੋਟ ਪਾਉਣਾ ਹੁਕਮਾਂ ਦਾ ਵਿਸ਼ਾ ਨਹੀਂ, ਅਪੀਲ ਦਾ ਵਿਸ਼ਾ ਹੈ ਜੀ। ਇਹ ਸਬਜੈਕਟ ਮੈਟਰ ਟੂ ਦਾ ਅਪੀਲ ਹੈ, ਰਿਕੁਐਸਟ ਹੈ। ਅਕਸਰ ਆਪਾਂ ਪੋਸਟਰ ਲੱਗੇ ਪੜ੍ਹੇ ਆ ਬਚਪਨ ਤੋਂ ਕਿ ਅਪੀਲ ਅਪੀਲ ਅਪੀਲ, ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਫਲਾਣੀ ਤਰੀਕ ਨੂੰ ਫਲਾਣੇ ਦੀ ਮੋਹਰ ਲਾ ਕੇ ਜਿਹੜਾ ਕਾਮਯਾਬ ਬਣਾਓ। ਅਪੀਲ ਇਹ ਜਿਹੜਾ ਐਜ ਪਰ ਦਾ ਜਿਹੜੀ ਲੈਂਗੁਏਜ ਹੈ ਜਾਂ ਜਿਹੜੀ ਡਿਕਸ਼ਨ ਵਰਤਣੀ ਹੈ, ਇਹ ਅਪੀਲ ਦਾ ਵਿਸ਼ਾ ਹੈ ਜੀ ਜੀ, ਇਹ ਹੁਕਮਾਂ ਦਾ ਵਿਸ਼ਾ ਨਹੀਂ। ਕੀ ਡੇਰਾ ਮੁਖੀ ਫਿਰ ਅਪੀਲ ਕਰਦਾ ਸੀ ਆਪਣੇ ਵੋਟਰਾਂ ਨੂੰ? ਨਹੀਂ, ਜੇ ਉਹ ਅਪੀਲ ਵੀ ਕਰਦਾ ਸੀ ਤਾਂ ਉਹ ਕਿਸ ਹੈਸੀਅਤ ਨਾਲ ਅਪੀਲ ਕਰਦਾ ਸੀ? ਕਿਉਂਕਿ ਅਪੀਲ ਆਪਣੇ ਲਈ ਵੋਟਾਂ ਮੰਗਣ ਵਾਸਤੇ ਕਰਨੀ ਹੈ ਜਾਂ ਆਪਣੀ ਪਾਰਟੀ ਲਈ ਜਾਂ ਆਪਣੇ ਆਗੂ ਲਈ ਵੋਟਾਂ ਮੰਗਣ ਵਾਸਤੇ ਕਰਨੀ ਹੈ ਜੀ। ਕੀ ਫਿਰ ਡੇਰਾ ਮੁਖੀ ਜਿਹੜਾ ਕਾਂਗਰਸ ਦਾ ਮੈਂਬਰ ਸੀ, ਪਾਰਟੀ ਦਾ ਕਾਰਡ ਹੋਲਡਰ ਸੀ, ਜਾਂ ਡੇਰਾ ਮੁਖੀ ਅਕਾਲੀ ਦਲ ਦਾ ਮੈਂਬਰ ਸੀ ਜਦੋਂ ਉਹਨੇ ਅਕਾਲੀ ਦਲ ਵਾਸਤੇ ਵੋਟਾਂ ਪਾਉਣ ਦੀ ਗੱਲ ਕੀਤੀ ਹੈ? ਇਹ ਬਹੁਤ ਵੱਡੇ ਵਿਸ਼ੇ ਨੇ ਮੇਰੇ ਖਿਆਲ 'ਚ। ਇਹ ਜਿਹੜਾ ਵਿਸ਼ਾ ਨੇ ਅਦਾਲਤ 'ਚ ਚੁਣੌਤੀ ਦਾ, ਲੋਕ ਪ੍ਰਤੀਨਿਧਤਾ ਕਾਨੂੰਨ ਦੇ ਤਹਿਤ ਉਹਦੀ ਵਾਇਓਲੇਸ਼ਨ ਦੇ ਵਜੋਂ। ਤੀਜੀ ਗੱਲ ਹੈ ਕਿ ਇਹਦਾ ਮਤਲਬ ਕਿ 2007 'ਚ ਕਾਂਗਰਸ ਨੂੰ ਵੋਟ ਪਾਈ ਪਰ ਸਰਕਾਰ ਬਣੀ ਅਕਾਲੀ ਦਲ ਦੀ। 17 'ਚ ਵੋਟ ਪਾਈ ਅਕਾਲੀ ਦਲ ਨੂੰ, ਸਰਕਾਰ ਬਣੀ ਕਾਂਗਰਸ ਦੀ, ਤੇ ਅਕਾਲੀ ਦਲ ਬੁਰੀ ਤਰ੍ਹਾਂ ਪਛੜ ਗਿਆ। ਇਹਦਾ ਮਤਲਬ ਤਾਂ ਵੀ ਇਹ ਪੰਜਾਬ 'ਚ ਡੇਰੇ ਦਾ ਆਧਾਰ, ਸਿਆਸੀ ਆਧਾਰ ਖਤਮ ਹੋ ਚੁੱਕਾ ਹੈ। ਸੋ ਇਹ 3-4 ਤਰ੍ਹਾਂ ਦੇ ਪਰਦੇ ਫਾਸ਼ ਹੋਏ ਨੇ ਜਿਨ੍ਹਾਂ ਵੱਲ ਧਿਆਨ ਬਹੁਤ ਘੱਟ ਜਾ ਰਿਹਾ। ਇਹ ਚਰਚਾ ਦਾ ਵਿਸ਼ਾ ਨੇ ਦਾਨੀਵਾਲੀਆ ਸਾਹਿਬ। ਤੇ ਮੈਂ ਤੁਹਾਨੂੰ ਪਹਿਲਾਂ ਰਿਕੁਐਸਟ ਕੀਤੀ ਸੀ ਕਿ ਤਾਂ ਹੀ ਇਸ ਕਰਕੇ ਮੈਂ ਪੁਆਇੰਟ ਆਊਟ ਕਰਕੇ ਰੱਖੀਆਂ ਸੀ ਚੀਜ਼ਾਂ, ਸੋ ਦੈਟ ਕਿ ਇਹ ਡਾਇਲੌਗ ਸ਼ੁਰੂ ਕੀਤਾ ਜਾ ਸਕੇ ਹੁਣ ਇਸ ਚੀਜ਼ ਨੂੰ ਲੈ ਕੇ। ਅੱਛਾ, ਬਿਲਕੁਲ। ਤੁਹਾਡੇ ਤੋਂ ਮੈਂ ਕਿੰਨੇ 2-3 ਮਿੰਟ ਹੋਰ ਲੈ ਸਕਦਾ ਤੁਹਾਡੇ ਚ ਇਜਾਜ਼ਤ? ਅੱਛਾ, ਸਭ ਤੋਂ ਵੱਡੀ ਗੱਲ ਇਹ ਤਾਂ ਗੱਲਾਂ ਜਿਹੜੀਆਂ ਹੋ ਗਈਆਂ ਨੇ, ਪਰ ਦੂਜੇ ਪਾਸੇ ਤੁਸੀਂ ਕਿਹਾ ਕਿ ਬਾਹਮ ਰੋਡ ਜਿਹੜੀ ਪਾਲਿਸੀ ਹੈਗੀ, ਜੇਕਰ 2007 ਦੇ ਵਿੱਚ ਤਾਂ ਬਾਹਮ ਰੋਡ ਪਾਲਿਸੀ ਮੈਨੂੰ ਨਹੀਂ ਨਜ਼ਰ ਆਈ ਸੀ, ਕਿਉਂਕਿ ਮਾਮਲਾ ਤਾਂ 2004 ਦੇ ਵਿੱਚ ਇਹ ਭੜਕ ਗਿਆ ਸੀ, ਮੈਨੂੰ ਲੱਗਦਾ 4-5 ਦੇ ਵਿੱਚ। ਆਪਣਾ 2007 ਤੋਂ ਬਾਅਦ ਭੜਕਦਾ ਜਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਇਹ, ਜਿਹੜੀ ਉਹਨੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਵਾਗਤ। ਉਸ ਤੋਂ ਪਹਿਲਾਂ ਬਲਾਤਕਾਰ ਦਾ ਕੇਸ ਸੀ ਜੀ। ਹਾਂ,
ਉਹ ਤਾਂ ਬੜੀ ਦੇਰ ਤੋਂ ਉਡੀਕ ਕੇ ਆਇਆ ਹੋਇਆ ਸੀ ਨਾ, ਡੇਰੇ ਵਾਲਾ ਤਾਂ ਬੜੀ ਦੇਰ ਤੋਂ ਉਡੀਕ ਕੇ ਆਇਆ ਹੋਇਆ ਸੀ ਇਹਨਾਂ ਤੇ। ਹਾਂ ਕਿਉਂਕਿ ਇਹ ਚੀਜ਼ ਇਹ ਬਿਲਕੁਲ ਉਦੋਂ ਜਦੋਂ ਮੈਨੂੰ ਯਾਦ ਆ ਬੰਸੀ ਲਾਲ ਦੀ ਸਰਕਾਰ ਸੀਗੀ, ਜਦੋਂ ਦੂਜੀ ਵਾਰੀ ਬੰਸੀ ਲਾਲ ਬਣਦੇ ਨੇ ਤੇ ਇਹਨਾਂ ਦੀ ਜੀਪ ਨੇ ਇੱਕ ਨਾਲ ਹੀ ਪਿੰਡ ਹੈਗਾ ਡੇਰੇ ਦੇ ਨਾਲ ਲੱਗਦਾ, ਉੱਥੋਂ ਦੇ ਇੱਕ ਬੱਚੇ ਨੂੰ ਦਰੜਤਾ ਸੀ। ਉਦੋਂ ਫਿਰ ਬੰਸੀ ਲਾਲ ਨੇ ਜਦੋਂ ਇਹਨਾਂ ਨੂੰ ਦੱਬਿਆ ਸੀ ਤਾਂ ਇਹਨਾਂ ਨੇ 2 ਹੈੱਡਕੁਆਟਰ ਜਿਹੜੇ ਆਪਦਾ ਕੀ ਕਹਿੰਦੇ ਅਲਟਰਨੇਟਿਵ ਹੈੱਡਕੁਆਟਰ, ਜਿਵੇਂ ਸਰਸੇ ਦੇ ਉਵੇਂ ਇੱਕ ਸਲਾਬਤਪੁਰਾ ਤੇ ਇੱਕ ਬੂਦਰ ਵਾਲੀ ਹੈਗਾ ਆਪਣੇ ਕੀ ਕਹਿੰਦੇ ਆ ਮਟੀਲੀ ਮੰਡੀ ਹੈਗੀ ਹੈ ਰਾਜਸਥਾਨ ਦੀ, ਹਬੋਰ ਦੇ ਨਾਲ ਲੱਗਦੀ, ਉੱਥੇ ਬਣਾਏ ਸੀਗੇ ਵੀ ਜੇ ਸਾਨੂੰ ਇੱਕ ਪੰਜਾਬ ਨੇ ਨਹੀਂ ਝੱਲਿਆ ਤਾਂ ਅਸੀਂ ਰਾਜਸਥਾਨ ਬਣਾ ਲਾਂਗੇ। ਤੇ ਵੱਡੇ ਪੱਧਰ ਦੇ ਉੱਤੇ ਉਦੋਂ ਦੀ ਇਹਨਾਂ ਦੀ ਹਮਾਇਤ ਵੀ ਕੀਤੀ ਗਈ। ਡੇਰਾ ਸਿਰਸਾ ਲੰਬੇ ਤੌਰ ਤੇ ਜਿਹੜਾ ਹੈੱਡਕੁਆਟਰ ਜਿਹੜੇ ਨੇ ਆਪਣੇ ਰੀਲੋਕੇਟ ਕਰਦਾ ਆ ਰਿਹਾ ਹੈ। ਉਹਨਾਂ ਨੂੰ ਸੀ ਕਿ ਅਗਰ ਹਰਿਆਣੇ 'ਚ ਜਿਹੜੀ ਪੋਜੀਸ਼ਨ ਟਾਈਟ ਹੋ ਗਈ, ਕਿਉਂਕਿ ਸਟਾਰਟਿੰਗ 'ਚ ਇਹਨਾਂ ਨੂੰ ਹੱਲਾਸ਼ੇਰੀ ਸੀ ਚੁਟਾਲਿਆਂ ਦੀ ਜੀ, ਚੁਟਾਲਿਆਂ ਦਾ ਸਿਆਸੀ ਵਜੂਦ ਖਤਮ ਹੁੰਦਾ ਹੈ ਤੇ ਹੌਲੀ ਹੌਲੀ ਇਹ ਦੂਜੀਆਂ ਪਾਰਟੀਆਂ ਦੇ ਨੇੜੇ ਲੱਗਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਫਿਰ ਦੁਬਾਰਾ ਜਿਹੜਾ ਹੈਗਾ ਆਧਾਰ ਜਿਹੜਾ ਦੂਜੇ ਗਵਾਂਢੀ ਸੂਬਿਆਂ 'ਚ, ਕਿਉਂਕਿ ਇਹਨਾਂ ਦੇ ਪੈਰੋਕਾਰ ਵੀ ਇੱਧਰ ਜ਼ਿਆਦਾ ਨੇ, ਪੰਜਾਬ ਦੇ ਮਾਲਵਾ ਖਿੱਤੇ ਜ਼ਿਆਦਾ ਨੇ ਤੇ ਰਾਜਸਥਾਨ ਤਾਂ ਇਹਦਾ ਆਪਣਾ ਪਿੰਡ ਸਰਮੋਟੀਆ ਰਾਮ ਰਹੀਮ ਦਾ ਬਿਲਕੁਲ ਹੈਗਾ, ਬਿਲਕੁਲ ਜੀ, ਸੂਰਤਗੜ੍ਹ ਕੋਲੇ। ਹਾਂਜੀ ਹਾਂ, ਸੋ ਇਸ ਕਰਕੇ ਇਹਨਾਂ ਨੇ ਦੀ ਪੂਰੀ 3 ਸਟੇਟਾਂ ਨੂੰ ਜਿਹੜਾ ਆਪਣੇ ਜਾਂ ਮਾਲਵਾ ਜ਼ੋਨ ਨੂੰ ਜਿਹੜਾ ਇਹ ਹਰਿਆਣੇ ਦਾ ਜਿਹੜਾ ਸਿਰਸਾ ਵੀ ਮਾਲਵਾ ਜ਼ੋਨ ਹੀ ਹੈ ਬੇਸਿਕਲੀ। ਹਾਂ ਬਿਲਕੁਲ ਮਾਲਵਾ ਜ਼ੋਨ ਹੀ ਗਿਣਿਆ ਜਾਂਦਾ। ਬਿਲਕੁਲ ਇਸੇ ਤਰ੍ਹਾਂ ਜਿਹੜੀਆਂ ਇਹ ਤਹਿਸੀਲਾਂ ਤੇ ਸਬ ਡਿਵੀਜ਼ਨਾਂ ਨੇ ਰਾਜਸਥਾਨ ਦੀਆਂ ਜਿਹੜੀਆਂ, ਇਹ ਵੀ ਮਾਲਵਾ ਹੀ ਗਿਣਿਆ ਜਾਂਦਾ ਹੈ, ਉਹ ਵੀ ਮਾਲਵਾ ਨੇ। ਉਹਨਾਂ ਦਾ ਕਲਚਰ ਮਾਲਵਾ ਹੈ, ਉਹਨਾਂ ਦਾ ਬੋਲ ਚਾਲ ਰਹਿਣ ਸਹਿਣ ਸਾਰਾ ਕੁਝ ਮਾਲਵਾ, ਤੇ ਉਹਨਾਂ ਦੀ ਜੀਓਗ੍ਰਾਫੀ ਮਾਲਵੇ ਦੀ ਹੈ ਤੇ ਉਹਨਾਂ ਦਾ ਫਸਲ ਪਾਣੀ ਜ਼ਿਆਦਾ। ਪਿੰਡ ਵੀ ਜਿਹੜੇ ਵਸੇ ਨੇ ਉਹ ਬਠਿੰਡੇ ਤੇ ਫਰੀਦਕੋਟ ਚੋਂ ਹੀ ਵਸੇ ਨੇ, ਜਾ ਕੇ ਰਿਸ਼ਤੇਦਾਰੀਆਂ ਸਾਂਝੀਆਂ ਨੇ। ਨਾਲੇ ਪਿੰਡ ਵੀ ਜਿਹੜੇ ਅਲਾਟ ਹੋਏ ਨੇ ਨਾ ਜੀ, ਜਿਵੇਂ ਸਿੱਧੇ ਕਹਿ ਦਿੰਦੇ ਚੱਕ ਬਾਦਲ ਪਿੰਡ, ਜੇ ਕੀ ਕਹਿੰਦੇ ਕੇਰਾ ਚੱਕ ਪਿੰਡ, ਇਹ ਕਿੰਨਾ ਦਾ ਜੀ, ਪਿੱਛੋਂ ਸਰਦਾਰਗੜ੍ਹ ਵਾਲਿਆਂ ਦਾ, ਚੁੱਗੇ ਵਾਲਾ ਦਾ, ਜਿਵੇਂ ਬੰਬ ਵਾਲਾ ਦਾ ਮੰਨਿਆ ਜਾਂਦਾ ਸੀ ਸੁੰਦਰਪੁਰਾ। ਸੋ ਆਏ ਮੰਨੇ ਗਏ ਨੇ ਕਿ ਆਹ ਪਿੰਡ ਇੱਥੋਂ ਉੱਠ ਕੇ ਉਹਨਾਂ ਦੇ ਬਜ਼ੁਰਗਾਂ ਨੇ ਉੱਥੇ ਜ਼ਮੀਨ ਲਈ ਹੈ। ਜੀ ਸੋ ਇਹ ਬੜੀ ਇੱਕ ਇਹਨਾਂ ਦੀ ਇੱਕ ਮਜਬੂਰੀ ਸੀ ਜਾਂ ਰਣਨੀਤੀ ਸੀ ਕਿ ਆਲੇ ਦੁਆਲੇ ਪੈਰ ਪਸਾਰੋ। ਤੇ ਉੱਥੋਂ ਦੀ ਦੇਖੋ ਡੇਰਾ ਸਿਰਸਾ, ਡੇਰਾ ਬਿਆਸ ਦੀ ਗੱਲ ਕਰ ਲਈਏ, ਭਾਵੇਂ ਇਸ ਤੋਂ ਪਹਿਲਾਂ ਅਸੀਂ 1977 ਦੀ ਘਟਨਾ ਨੂੰ ਛੱਡ ਕੇ ਨਿਰੰਕਾਰੀਆਂ ਦੀ ਗੱਲ ਕਰ ਲਈਏ ਜੀ, ਉਹਨਾਂ ਨੇ ਮੁੜ ਕੇ ਨਾ ਤਾਂ ਸਿਆਸਤ ਨਾਲ ਪੰਗਾ ਲਿਆ ਤੇ ਨਾ ਐਸਟੈਬਲਿਸ਼ ਧਰਮ ਨਾਲ ਪੰਗਾ ਲਿਆ ਕਦੇ। ਬਿਲਕੁਲ ਟਿਕ ਗਏ ਉਸ ਤੋਂ ਬਾਅਦ, ਪਰ ਇਹ ਲਗਾਤਾਰ ਪੰਗੇ ਲੈ ਰਹੇ ਨੇ। ਇਹੀ ਡੇਰਾ ਸੀ ਜਿਹੜਾ ਵਾਰ-ਵਾਰ ਆਵਾਜ਼ ਨਹੀਂ ਆ ਰਿਹਾ ਸੀ ਤੇ ਇਹ ਆਪਣੇ ਆਪ ਡੇਰੇ ਵਾਲਿਆਂ ਨੇ ਹੁਣ ਕਬੂਲ ਕਰ ਲਿਆ ਕਿ ਸਾਡੀ ਹੁਣ ਰਾਜਨੀਤਿਕ ਪਲੇਟਫਾਰਮ ਖਤਮ ਹੈ, ਸਾਡੀ ਰਾਜਨੀਤਿਕ ਹੈਸੀਅਤ ਖਤਮ ਹੈ ਹੁਣ ਜੀ। ਸੋ ਇਹ 5-4 ਚੀਜ਼ਾਂ ਜਿਹੜੀਆਂ ਵੱਡੀਆਂ ਨੇ। ਦੇਖੋ ਦੂਜੀ ਗੱਲ, ਡੇਰੇ ਵਾਲਿਆਂ ਦਾ ਇੱਕ ਪੱਖ ਬੜਾ ਮਜ਼ਬੂਤ ਹੈ ਜੀ, ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਪ ਇਹਨਾਂ ਨੂੰ ਆਫਰ ਕੀਤਾ ਕਿ ਸਾਡੇ ਲਾਈ ਡਿਟੈਕਸ਼ਨ ਟੈਸਟ ਕੀਤੇ ਜਾਣ। ਤੀਜੀ ਗੱਲ ਉਹਨਾਂ ਨੇ ਕਿਹਾ ਕਿ ਜਿਹੜਾ ਪੋਸਟਰ ਲੱਗਿਆ ਬਰਗਾੜੀ ਦੇ ਵਿੱਚ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ, ਹਿੰਮਤ ਹੈ ਤਾਂ ਲੱਭ ਲਓ, ਇਹ ਕਰ ਲਓ, ਇਹ ਦੂਜਾ ਪੋਸਟਰ ਲੱਗਿਆ, ਉਹਦੇ ਉੱਤੇ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਲਿਖਿਆ। ਇਹਨਾਂ 'ਚ ਗਲਤ ਵਜਨ ਹੈ ਕਿ ਜਦੋਂ ਕੋਈ ਲੁੱਕ ਕੇ ਪੋਸਟਰ ਲਾ ਰਿਹਾ ਤੇ ਮੁੜ ਕੇ ਡੇਰੇ ਵਾਲੇ ਮੁੱਕਰ ਰਹੇ ਨੇ ਕਿ ਅਸੀਂ ਨਹੀਂ ਲਾਏ, ਜਾਂ ਮੰਨ ਰਹੇ ਨੇ ਕਿ ਸਾਨੂੰ ਗਲਤ ਫਸਾਇਆ ਗਿਆ, ਤਾਂ ਉਹ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਕਿਉਂ ਲਿਖਣਗੇ ਉੱਥੇ? ਕਦੇ ਵੀ ਜਿਹੜਾ ਇੱਕ ਛਾਤਰ ਬਦਮਾਸ਼ ਹੀ ਹੈ ਨਾ ਇਹ, ਦੇਖਿਆ ਜਾਏ। ਪਰ ਉਦੋਂ ਤਾਂ ਸਥਿਤੀ ਆਪਾਂ ਵੇਖਿਆ ਜਾਵੇ, ਹੁਣ ਭਾਵੇਂ ਲੱਖ ਮੁੱਕਰ ਜਾਣ, ਉਦੋਂ ਸਥਿਤੀ ਤਾਂ ਬਿਲਕੁਲ ਇਸ ਗੱਲ ਦੀ ਆ ਗਈ ਸੀ ਵੀ ਤੁਸੀਂ ਸਾਡੀ ਬਾਬੇ ਦੀ ਫਿਲਮ ਨਹੀਂ ਲੱਗਣ ਦਿੱਤੀ ਤੇ ਸਾਡਾ ਅਸੀਂ ਚੱਕੋ ਤੁਹਾਡਾ ਗੁਰੂ ਲੈ ਕੇ ਚੱਕ ਕੇ। ਇਹ ਵੀ ਗੱਲਾਂ ਸਾਹਮਣੇ ਆ ਗਈਆਂ। ਦੋਵੇਂ ਥਿਊਰੀਆਂ ਬਰਾਬਰ ਚੱਲਦੀਆਂ ਨੇ ਜੀ। ਦੇਖੋ ਜੇਕਰ ਆਪਾਂ ਕ੍ਰਾਈਮ ਨੂੰ ਇਨਵੈਸਟੀਗੇਟ ਕਰਨ ਦੀ ਥਿਊਰੀ ਕਰੀਏ, ਕਿਉਂਕਿ ਇਹ ਉਦੋਂ ਇਹਨਾਂ ਦੇ ਦਿਮਾਗ ਦੇ ਵਿੱਚ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਵੀ ਸਾਨੂੰ ਸਪੋਰਟ ਕੌਣ ਕਰ ਰਿਹਾ, ਕਿਉਂਕਿ ਜੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਸੀਗਾ ਤੇ ਇਹਨਾਂ ਦੇ ਪੋਸਟਰਾਂ ਦੇ ਉੱਤੇ ਪੁਲਿਸ ਬਿਠਾਈ ਜਾ ਰਹੀ ਸੀ, ਇਹਨਾਂ ਨੂੰ ਪਤਾ ਸੀਗਾ ਵੀ ਸਾਡੀ ਇੱਥੇ ਦਾਲ ਗਲਦੀ, ਅਸੀਂ ਜੋ ਮਰਜ਼ੀ ਕਰੀਏ। ਜੋ ਦੇਖੋ ਕੁੱਲ ਮਿਲਾ ਕੇ ਮੇਰੇ ਖਿਆਲ 'ਚ ਅਗਰ ਡੇਰਾ ਹੁਣ ਸ਼ਾਮਲ ਹੋ ਰਿਹਾ ਹੈ, ਚਾਹੇ ਮਜਬੂਰੀ 'ਚ ਹੋ ਰਿਹਾ ਹੈ, ਡੇਰੇ ਨੂੰ ਸ਼ਾਮਲ ਕਰਕੇ ਫ੍ਰੀ ਐਂਡ ਫੇਅਰ ਪ੍ਰੋਬ ਜ਼ਰੂਰ ਕਰ ਲੈਣੀ ਚਾਹੀਦੀ ਆ ਹੁਣ। ਜੇਕਰ ਇਹ ਕਹਿੰਦੇ ਨੇ ਝੂਠ ਬੋਲਣ ਵਾਲਾ ਟੈਸਟ ਹੈ, ਇਹਨਾਂ ਦੇ 3-4 ਕੀ 30-40 ਨਾ ਕਰੋ ਜੀ। ਜੇਕਰ ਇਹ ਹੁਣ ਇਸ ਗੱਲ ਤੇ ਫਸਾਓ ਇਹਨਾਂ ਨੂੰ ਕਿ ਅਸੀਂ, ਇਹ ਕਹਿੰਦੇ ਨੇ ਕਿ ਅਸੀਂ ਚਿੱਟੇ ਦਿਨ ਕਹਿੰਦੇ ਆ ਜੀ ਸਾਡਾ ਜਿਹੜਾ ਪੋਲੀਗ੍ਰਾਫੀ ਟੈਸਟ ਕਰਾਓ, ਕਿ ਆਓ ਕਰਾਓ, ਫਿਰ ਜਿਹੜਾ ਇਹਨਾਂ ਦੀ ਨੈਸ਼ਨਲ ਕਮੇਟੀ ਹੈ ਉਹਦਾ ਕਰਾਓ। ਤੁਸੀਂ ਬੰਦੇ ਪੇਸ਼ ਕਿਉਂ ਨਹੀਂ ਕਰਦੇ? ਫਿਰ ਉਹ ਬੰਦਿਆਂ ਨੂੰ ਪੇਸ਼ ਕਰੋ। ਤੁਸੀਂ ਕੇਸ ਟ੍ਰਾਂਸਫਰ ਦੀ ਅਰਜ਼ੀ ਲਾ ਲਓ ਜੇ ਪੰਜਾਬ 'ਚ ਪੁਲਿਸ ਤੇ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ। ਕਿੰਨੇ ਸੁਮੇਧ ਸੈਣੀ ਦਾ ਕੇਸ, ਜਿਹੜਾ ਸੈਣੀ ਮੋਟਰ ਵਾਲਾ ਦਾ ਲੁਧਿਆਣੇ ਵਾਲਿਆਂ ਦਾ, ਉਹ ਦਿੱਲੀ ਕਦੋਂ ਦਾ ਸ਼ਿਫਟ ਹੋਇਆ ਹੈ। ਇਹਨਾਂ ਨੇ ਬੜੀ ਵਾਰ ਜ਼ੋਰ ਲਾ ਲਿਆ ਸੀ ਕਿ ਕੇਸ ਸ਼ਿਫਟ ਹੋਏ। ਇਹਨਾਂ ਨੇ ਬਠਿੰਡੇ ਨੂੰ ਇਹ ਕੇਸ ਸ਼ਿਫਟ ਕਰਾਉਣ ਦੀ ਬੜੀ ਵਾਰ ਕੋਸ਼ਿਸ਼ ਕੀਤੀ ਹੈ। ਸਵਾਂਗ ਰਚਾਉਣ ਵਾਲੇ ਮਾਮਲੇ ਦਾ 295 ਦਾ ਕੇਸ, ਕਿੰਨੇ ਕੇਸ ਸ਼ਿਫਟ ਹੁੰਦੇ ਨੇ। ਕੋਟਖਾਈ ਰੇਪ ਕਾਂਡ ਜਿਹੜਾ ਹੈ ਹਿਮਾਚਲ ਦਾ ਕਿ ਜੰਮੂ ਕਸ਼ਮੀਰ ਦਾ, ਉਹਦਾ ਕੇਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਚੱਲੀ ਜਾਂਦਾ ਹੈ ਜੀ। ਸੋ ਇਹ ਤਾਂ ਬੜਾ ਕੁਝ ਹੈ, ਪਰ ਇਹਨਾਂ ਨੂੰ ਹੁਣ ਮੇਨ ਸਟ੍ਰੀਮ 'ਚ ਆਪਣੇ ਆਪ ਕੁੱਦਣ ਲੱਗੇ ਨੇ, ਤਾਂ ਇਹਨਾਂ ਨੂੰ ਹੁਣ ਇੱਥੇ ਘੇਰਾ ਪਾਉਣਾ ਚਾਹੀਦਾ ਹੈ ਸਾਰੇ ਪਾਸਿਓਂ, ਅਦਾਲਤੀ ਘੇਰਾ ਵੀ, ਸਿਆਸੀ ਘੇਰਾ ਵੀ ਤੇ ਸਮਾਜਿਕ ਤੌਰ ਤੇ ਘੇਰਾ ਵੀ। ਇਹ ਜ਼ਰੂਰੀ ਨੇ ਚੀਜ਼ਾਂ ਜੀ। ਤੇ ਅਕਾਲੀ ਦਲ ਦਾ ਪਤਾ ਕੋਈ ਅਪਡੇਟ ਥੋੜਾ ਜਿਹਾ ਦੇ ਦਿਓ ਕਿ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਕੀ ਜਵਾਬ ਦਿੱਤਾ, ਕੋਈ ਇੰਨਾ ਕਿ ਤੁਹਾਡੇ ਕੋਲੇ ਜੇ ਹੈ ਤਾਂ ਅਪਡੇਟ, ਕਿਉਂਕਿ ਤੁਸੀਂ ਬਾਹਰ ਹੀ ਹੋ। ਕੋਈ ਮੈਨੂੰ ਜੀ
ਨਹੀਂ, ਬਲਵਿੰਦਰ ਸਿੰਘ ਭੁੰਦੜ ਉਹਨਾਂ ਬਾਰੇ ਮੇਰੇ ਕੋਲ ਕੋਈ ਖਾਸ ਅਪਡੇਟ ਤਾਂ ਨਹੀਂ ਹੈ, ਪਰ ਮੇਰੇ ਕੋਲ ਇਹ ਅਪਡੇਟ ਹੈ ਕਿ ਸੁਖਦੇਵ ਸਿੰਘ ਢੀਂਡਸਾ ਸ਼ਾਇਦ ਇਸ ਚੀਜ਼ ਨੂੰ ਥੋੜਾ ਜਿਹਾ ਰਿਵੀਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਦੋਂ ਇਹ ਟੁੱਟਣ ਦਾ ਕਾਰਨ ਜਿਹੜਾ ਸ਼ੁਰੂ ਹੋਇਆ ਸੀ, ਮੁੱਢ ਸ਼ੁਰੂ ਹੋਇਆ ਸੀ, ਕੇਂਦਰ 'ਚ ਭਾਰਤੀ ਜਨਤਾ ਪਾਰਟੀ ਨੇ ਪਿਛਲੀ ਸਰਕਾਰ ਵੇਲੇ ਜਦੋਂ ਬਣੀ ਸੀ ਤਾਂ 2 ਰਾਜ ਮੰਤਰੀਆਂ ਦਾ ਆਫਰ ਕੀਤਾ ਸੀ ਜੀ, ਜਾਂ ਉਹਨਾਂ ਦੀ ਬਜਾਏ ਇੱਕ ਕੈਬਨਿਟ ਮੰਤਰੀ ਦਾ ਆਫਰ ਕੀਤਾ ਸੀ। ਬਿਲਕੁਲ, 2 ਕੈਬਨਿਟਾਂ ਦਾ ਵੀ ਚਰਚਾ ਸੀਗੀ ਵੀ ਪਗੜੀਧਾਰੀ ਤੇ ਆਈਦਰ 2 ਤੁਸੀਂ ਰਾਜ ਮੰਤਰੀ ਲੈ ਲਓ ਜਾਂ ਆਈਦਰ ਇੱਕ ਕੈਬਨਿਟ ਲੈ ਲਓ। ਬਾਦਲ ਪਰਿਵਾਰ ਨੇ ਇੱਕ ਕੈਬਨਿਟ ਆਪਣੇ ਘਰ ਵਾਸਤੇ ਲੈ ਲਈ ਸੀ ਤੇ 2 ਰਾਜ ਮੰਤਰੀ, ਜਦ ਕਿ ਉਹ ਹਰਸਿਮਰਤ ਕੌਰ ਬਾਦਲ ਦੇ ਨਾਲ ਢੀਂਡਸਾ ਨੂੰ ਜਾਂ ਕਿਸੇ ਹੋਰ ਨੂੰ ਬਣਾਇਆ ਜਾ ਸਕਦਾ ਸੀ। ਉਦੋਂ ਤਾਂ ਬ੍ਰਹਮਪੁਰਾ ਵੀ ਸੀਗੇ ਜੀ। ਉੱਥੋਂ ਪਾੜ ਪੈਣਾ ਸ਼ੁਰੂ ਹੋਇਆ ਸੀ, ਬੇਸਿਕਲੀ ਕੁਰਸੀ ਦੀ ਲੜਾਈ ਉੱਥੋਂ ਸ਼ੁਰੂ ਹੋਈ ਸੀ। ਸੋ ਇੱਥੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਕਿਤੇ ਨਾ ਕਿਤੇ ਪਿੱਛੇ ਖੇਡ ਰਹੀ ਹੈ। ਹਾਂ ਬਿਲਕੁਲ, ਉਹ ਤਾਂ ਡੇ 1 ਤੋਂ ਹੀ ਕਿੰਨੀ ਦੇਰ ਦਾ ਇਹ ਚਰਚਾ ਹੀ ਸੀਗੀ ਕਿ ਭਾਰਤੀ ਜਨਤਾ ਪਾਰਟੀ ਸਰਜੀਕਲ ਸਟ੍ਰਾਈਕ ਕਰਾਊਗੀ, ਭਾਵੇਂ ਜਿਹਦੇ ਮਰਜ਼ੀ ਥਰੂ ਕਰਾ ਦਿਓ। ਲਗਭਗ ਉਹ ਕਿਆਸ ਰਾਈਆਂ ਜਿਹੜੀਆਂ ਸਹੀ ਨਿਕਲੀਆਂ। ਧੰਨਵਾਦ ਤੁਹਾਡਾ ਨੀਲ ਜੀ, ਸ਼ੁਕਰੀਆ, ਥੈਂਕ ਯੂ ਜੀ। ਸੋ ਇਸ ਨੀਲ ਪਲਿੰਦਰ ਜੀ ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਪਰ ਥੋੜਾ ਜਿਹਾ ਇੱਕ ਬ੍ਰੇਕ ਲੈ ਲਈਏ ਤੇ ਫਿਰ ਮਿਲਦੇ ਹਾਂ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661 885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਆਪਾਂ ਹੁਣ ਚੱਲਦੇ ਹਾਂ ਜਲੰਧਰ ਤੋਂ ਜੀ ਭਾਸਕਰ ਜੀ ਮੇਰੇ ਨਾਲ ਜੁੜ ਗਏ ਨੇ। ਭਾਸਕਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਭਾਸਕਰ ਸਾਹਿਬ, ਜੇਕਰ ਚਰਚਾ ਦੇ ਵਿੱਚ ਹੁਣ ਰਾਜਸਥਾਨ ਦੀ ਸਰਕਾਰ ਤਾਂ ਬੇਸ਼ੱਕ ਇੱਕ ਵਾਰ ਬਚ ਗਈ ਹੈ, ਗੱਲ ਕਰੀਏ ਵੀ ਸਚਿਨ ਪਾਇਲਟ ਨੂੰ ਜਿਹੜਾ ਲਾਂਭੇ ਕਰ ਦਿੱਤਾ ਗਿਆ ਅੱਜ, ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ? ਐਕਚੁਅਲੀ ਕਾਂਗਰਸ ਦੇ ਵਿੱਚ ਜਦ ਵੀ ਕਾਂਗਰਸ ਦੀ ਪਰਫਾਰਮੈਂਸ ਦੀ ਗੱਲ ਆਉਂਦੀ ਹੈ ਜੀ, ਇਹ ਹਮੇਸ਼ਾ ਕਾਂਗਰਸ ਨੂੰ ਦੇਖਿਆ ਜਾਂਦਾ ਹੈ ਕਿ ਸ਼ਾਇਦ ਕਾਂਗਰਸ ਦੇ ਵਿੱਚ ਲੀਡਰਸ਼ਿਪ ਕ੍ਰਾਈਸਿਸ ਹੈ। ਕਿਉਂਕਿ ਰਾਹੁਲ ਗਾਂਧੀ ਜਦ ਵੀ ਕੁਝ ਬੋਲਦੇ ਨੇ ਜੀ, ਤੁਸੀਂ ਜਿਹੜੇ ਮਰਜ਼ੀ ਪੋਲੀਟੀਕਲ ਸਰਕਲ ਦੇ ਵਿੱਚ ਬਹਿ ਕੇ ਗੱਲ ਕਰ ਲਓ, ਕਹਿੰਦੇ ਨਹੀਂ ਰਾਹੁਲ ਦੀ ਜਗ੍ਹਾ ਨਾ ਕੋਈ ਹੋਰ ਲੀਡਰ ਹੋਣਾ ਚਾਹੀਦਾ ਹੈ ਜੀ, ਕਾਂਗਰਸ ਨੂੰ ਕਿਸੇ ਹੋਰ ਨੂੰ ਅੱਗੇ ਕਰਨਾ ਚਾਹੀਦਾ ਹੈ। ਪਰ ਹੋਰ ਦੀ ਗੱਲ ਕਰੀਏ ਤੇ ਕੈਪੇਬਲ ਲੀਡਰ ਜਿੰਨੇ ਵੀ ਨਜ਼ਰ ਆਉਂਦੇ ਨੇ ਉਹ ਸਾਰੇ ਕੰਟਰੋਵਰਸੀਆਂ ਦੇ ਵਿੱਚ ਘਿਰੇ ਹੋਏ ਨੇ। ਔਰ ਰਾਹੁਲ ਨੇ ਜਿਹੜੀ ਆਪਣੀ ਬ੍ਰਿਗੇਡ ਬਣਾਈ ਸੀਗੀ ਜਿਹਦੇ ਵਿੱਚ ਜੋਤੀ ਰਾਜੇ ਸਿੰਧਿਆ, ਸਚਿਨ ਪਾਇਲਟ, ਜਤਿੰਦਰ ਪ੍ਰਸਾਦ ਦਾ ਮੁੰਡਾ ਹੁੰਦਾ ਸੀਗਾ ਜਿਹੜਾ, ਔਰ ਉਸ ਤੋਂ ਇਲਾਵਾ ਅਸ਼ੋਕ ਤੰਵਰ ਹੁੰਦੇ ਸੀ ਹਰਿਆਣਾ ਤੋਂ, ਯਾਨੀ ਜਿਹੜੀ ਵੀ ਯੰਗ ਲੀਡਰਸ਼ਿਪ ਸੀ ਨਾ ਉਹ ਕਿਸੇ ਨਾ ਕਿਸੇ ਜਗ੍ਹਾ ਰਾਹੁਲ ਦੇ ਕਾਂਗਰਸ ਪ੍ਰੈਜ਼ੀਡੈਂਟ ਤੇ ਅਸਤੀਫਾ ਦੇਣ ਤੋਂ ਬਾਅਦ ਖੋਡੇ ਲਾਈਨ ਲੱਗ ਗਈ ਜੀ। ਔਰ ਜੋਤੀ ਰਾਜੇ ਸਿੰਧਿਆ ਦਾ ਇੱਕ ਬੜਾ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਸੀਗਾ ਜਦ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਬਗਾਵਤ ਕੀਤੀ ਸੀਗੀ। ਪਹਿਲੇ ਤੇ ਇਹ ਗੱਲ ਵਿਸ਼ਵਾਸ ਹੀ ਨਹੀਂ ਹੁੰਦਾ ਸੀਗਾ ਕਿ ਜੋਤੀ ਰਾਜੇ ਸਿੰਧਿਆ ਵੀ ਕਾਂਗਰਸ ਨਾਲ ਅੱਡਾ ਕਰ ਸਕਦੇ ਜੀ। ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਬਣੀ ਜਾਂ ਰਾਜਸਥਾਨ ਦੇ ਵਿੱਚ ਸਰਕਾਰ ਬਣੀ ਤੇ ਉਸ ਟਾਈਮ ਏਦਾਂ ਲੱਗਦਾ ਸੀਗਾ ਕਿ ਜੋਤੀ ਰਾਜੇ ਸਿੰਧਿਆ ਉਹਨਾਂ ਜਾਂ ਫਿਰ ਸਚਿਨ ਪਾਇਲਟ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲੇਗੀ ਜੀ। ਜੋਤੀ ਰਾਜੇ ਸਿੰਧਿਆ ਉਹਨਾਂ ਨੂੰ ਤੇ ਡਿਪਟੀ ਸੀਐਮ ਤੱਕ ਵੀ ਨਹੀਂ ਬਣਾਇਆ ਗਿਆ ਸੀਗਾ, ਉਹ ਉਹਨਾਂ ਨੂੰ ਖੁੱਡੇ ਲਾਈਨ ਲਾਇਆ ਹੋਇਆ ਸੀ। ਔਰ ਉਹਦਾ ਨਤੀਜਾ ਨਿਕਲਿਆ ਕਿ ਉਹਨਾਂ ਨੇ ਆਪਰੇਸ਼ਨ ਤੱਕਾ ਪਲਟ ਸ਼ੁਰੂ ਕੀਤਾ ਤੇ ਔਰ ਉਹ ਤੱਕਾ ਪਲਟ ਕਰ ਵੀ ਦਿੱਤਾ। ਸ਼ਿਵਰਾਜ ਉਹਨਾਂ ਦੀ ਸਰਕਾਰ ਜੋਤੀ ਰਾਜ ਸਿੰਧਿਆ ਦੀ ਮਦਦ ਨਾਲ ਕਹੀਏ ਜਾਂ ਉਹਨਾਂ ਦੀ ਬਗਾਵਤ ਨਾਲ ਕਹੀਏ ਉਹ ਸਕਸੈਸਫੁਲ ਤਰੀਕੇ ਨਾਲ ਬਣ ਗਈ। ਹੁਣ ਜਦੋਂ ਜੋਤੀ ਰਾਜੇ ਸਿੰਧਿਆ ਉਹਨਾਂ ਬੀਜੇਪੀ 'ਚ ਗਏ ਸੀ ਤੇ ਤਦ ਕਾਂਗਰਸ ਦੇ ਹਲਕੇ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਸਚਿਨ ਪਾਇਲਟ ਵੀ ਏਦਾਂ ਕਰ ਸਕਦੇ ਨੇ ਜੀ। ਕਾਫੀ ਮਹੀਨੇ ਤੱਕ ਉਹਨਾਂ ਨੇ ਏਦਾਂ ਦਾ ਕੋਈ ਗੱਲ ਨਜ਼ਰ ਨਹੀਂ ਆਈ ਕਿ ਵੀ ਸ਼ਾਇਦ ਉਹ ਵੀ ਜੋਤੀ ਰਾਜੇ ਸਿੰਧਿਆ ਦੀ ਰਾਹ ਚੱਲ ਰਹੇ ਨੇ ਜਾਂ ਚੱਲਣਗੇ। ਪਰ 3-4 ਦਿਨ ਪਹਿਲੇ ਜਾਂ ਹਫ਼ਤਾ ਪਹਿਲੇ ਤੁਹਾਨੂੰ ਯਾਦ ਹੋਏਗਾ ਅਸ਼ੋਕ ਗਹਿਲੋਤ ਉਹਨਾਂ ਨੇ ਇੱਕ ਖਬਰ ਛੱਡੀ ਸੀ ਕਿ ਵੀ ਸਾਡੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਜੀ। ਉਹਦੇ ਵਿੱਚ ਕੁਝ ਅਸੀਂ ਗੱਲਾਂ ਰਿਕਾਰਡ ਕੀਤੀਆਂ ਸਾਹਮਣੇ ਆਈ ਹੈ। ਉਹਦੇ ਵਿੱਚ ਭੇਡ ਬੱਕਰੀਆਂ ਦੀ ਤਰ੍ਹਾਂ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਰੋੜ ਤੱਕ ਦਾ ਇੱਕ ਆਫਰ ਵੀ ਦਿੱਤੀ ਗਈ ਹੈ। ਤਾਂ ਉਹਦੇ ਬੇਸ ਤੇ ਕੁਝ FIR ਵੀ ਉਹਨਾਂ ਨੇ ਆਪਣੇ ਐਮਐਲਏ ਦੇ ਖਿਲਾਫ ਔਰ ਭਾਜਪਾ ਦੇ ਐਮਐਲਏ ਦੇ ਖਿਲਾਫ ਕੀਤੀ ਸੀਗੀ। ਉਸ ਤੋਂ ਬਾਅਦ ਸਚਿਨ ਪਾਇਲਟ ਉਹਨਾਂ ਤਿਲ ਮਿਲਾਏ ਤੇ ਉਹਨਾਂ ਨੇ ਖੁੱਲੀ ਬਗਾਵਤ ਦੀ ਰਾਹ ਫੜ ਲਈ ਜੀ। ਬਗਾਵਤ ਵੀ ਏਦਾਂ ਦੀ ਕਿ ਮੇਰੇ ਕੋਲ 30 ਐਮਐਲਏ ਹੈਗੇ ਆ ਤੇ ਹੁਣ ਅਸ਼ੋਕ ਗਹਿਲੋਤ ਦੀ ਸਰਕਾਰ ਅਲਪਮਤੀ ਜਾ ਰਹੀ ਹੈ। ਪਰ ਉਹ ਕਿਸੇ ਨਾ ਕਿਸੇ ਜਗ੍ਹਾ ਕੈਲਕੂਲੇਸ਼ਨ ਫੇਲ ਹੋ ਗਈ ਜੀ। ਕਿਉਂਕਿ ਜਦ ਕਾਂਗਰਸ ਦੀ ਸਰਕਾਰ ਗਿਰਨ ਦੀ ਵਾਰੀ ਆਈ ਤੇ ਜਿੱਦਾਂ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਦੇਖਿਆ ਸੀਗਾ ਜੀ, ਕਿਸੇ ਨਾ ਕਿਸੇ ਜਗ੍ਹਾ 100 ਤੋਂ ਵੱਧ ਐਮਐਲਏਆਂ ਦਾ ਮੁੱਖ ਮੰਤਰੀ ਦੇ ਘਰ ਮੌਜੂਦ ਹੋਣਾ ਔਰ ਦੂਜੇ ਪਾਸੋਂ ਸਚਿਨ ਪਾਇਲਟ ਉਹਨਾਂ ਦਾ ਇਹ ਕਹਿਣਾ ਕਿ ਜਦ ਸਰਕਾਰ ਦੀ ਬਹੁਮਤ ਸਾਬਿਤ ਕਰਨ ਦੀ ਵਾਰੀ ਆਏਗੀ ਤੇ ਸਰਕਾਰ ਗਿਰ ਜਾਏਗੀ ਜੀ। ਪਰ ਅੱਜ ਗਵਰਨਰ ਕੋਲ ਪੇਸ਼ ਹੋ ਕੇ ਅਸ਼ੋਕ ਗਹਿਲੋਤ ਉਹਨਾਂ ਨੇ ਨਾ ਕੇਵਲ ਆਪਣਾ ਬਹੁਮਤ ਸਾਬਿਤ ਕੀਤਾ ਬਲਕਿ ਬਹੁਮਤ ਤੋਂ 5 ਜ਼ਿਆਦਾ ਐਮਐਲਏ ਉਹਨਾਂ ਕੋਲ ਸੀਗੇ ਜੀ। ਔਰ ਸਚਿਨ ਪਾਇਲਟ ਉਹਨਾਂ ਦਾ ਹਜੇ ਵੀ ਇਹ ਕਹਿਣਾ ਕਿ ਉਹ ਅਸੀਂ ਭਾਜਪਾ ਦੇ ਵਿੱਚ ਨਹੀਂ ਜਾਏਗਾ ਔਰ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਗੱਲ ਚੱਲਦੀ ਪਈ ਹੈ। ਪਰ ਅੱਜ ਸਚਿਨ ਪਾਇਲਟ ਉਹਨਾਂ ਨੂੰ ਕਾਂਗਰਸ ਨੇ ਡਿਪਟੀ ਮੁੱਖ ਮੰਤਰੀ ਦੇ ਪਦ ਤੋਂ ਵੀ ਕੱਢਤਾ, ਪ੍ਰਦੇਸ਼ ਪ੍ਰਭਾਰੀ ਯਾਨੀ ਕਾਂਗਰਸ ਦੇ ਸਟੇਟ ਕਾਂਗਰਸ ਚੀਫ ਉਹਦੇ ਪਦ ਤੋਂ ਵੀ ਕੱਢਤਾ। ਹੁਣ ਮੈਨੂੰ ਲੱਗਦਾ ਹੈ ਕਿ ਕੈਲਕੂਲੇਸ਼ਨ ਕਿਸੇ ਨਾ ਕਿਸੇ ਜਗ੍ਹਾ ਜੋਤੀ ਰਾਜੇ ਦੀ ਸਿੰਧਿਆ ਦੀ ਤੇ ਸਕਸੈਸਫੁਲ ਹੋ ਗਈ ਵੀ, ਪਰ ਸਚਿਨ ਪਾਇਲਟ ਆਪਣੇ ਮੁਕਾਮ ਦੇ ਵਿੱਚ ਫੇਲ ਸਾਬਿਤ ਜੀ। ਬਿਲਕੁਲ ਸਚਿਨ ਦੀ ਗੱਲ ਇਹੀ ਆ ਗਈ ਨਾ ਜੀ। ਦੇਖੋ ਪਾਰਟੀ ਨੋ ਡਾਊਟ ਰਾਜਸਥਾਨ ਦੀ ਜਿਹੜੀ ਸਿਆਸਤ ਹੈਗੀ ਹੈ ਜਾਤ ਆਧਾਰਿਤ ਸਿਆਸਤ ਹੈ। ਇਹ ਗੱਲ ਮੰਨਣ ਵਾਲੀ ਕਹੇਗੀ ਕਿ ਰਾਜਸਥਾਨ ਦੇ ਵਿੱਚ ਬੇਸ਼ੱਕ ਮਾਲੀ ਜਾਤ ਬਰਾਦਰੀ ਨਾਲ ਸੰਬੰਧਿਤ ਨੇ ਗਹਿਲੋਤ ਸਾਹਿਬ, ਪਰ ਉੱਥੇ ਕਿਤੇ ਨਾ ਕਿਤੇ ਜਾਟ ਬਰਾਦਰੀ ਹਰਿਆਣੇ ਵਾਂਗ ਤੇ ਵੈਸਟਰਨ ਯੂਪੀ ਵਾਂਗ ਡੋਮੀਨੇਟ ਕਰਦੀ ਹੈ ਜੀ। ਗੁੱਜਰ ਬਰਾਦਰੀ ਉੱਥੇ ਕਾਫੀ ਡੋਮੀਨੇਟਿੰਗ ਹੈਗੀ ਹੈ ਜੀ। ਪਰ ਗੁੱਜਰ ਬਰਾਦਰੀ ਦੀ ਜੇਕਰ ਗੱਲ ਕਰੀਏ ਤਾਂ ਗੁੱਜਰ ਬਰਾਦਰੀ ਸਿਰਫ ਭਰਤਪੁਰ ਤੇ ਆਪਣਾ ਇਹਨਾਂ ਦਾ ਜਿਹੜਾ ਕੀ ਕਹਿੰਦੇ ਆ ਏਰੀਆ ਇਹਨਾਂ ਦਾ ਜਿੱਥੋਂ ਇਹਨਾਂ ਦਾ ਪਾਇਲਟ ਸਾਹਿਬ ਹੁੰਦੇ ਸੀਗੇ, ਮੇਰੇ ਦਿਮਾਗ ਡੋਸਾ ਹਾਂ,
ਦੋਸਾ ਇੱਥੇ ਜ਼ਿਆਦਾ ਹੈਗਾ ਕਿ ਇੱਥੇ ਫਿਰ ਜੇਕਰ ਗੁੱਜਰ ਇੱਕ ਪਾਸੇ ਨੇ ਤਾਂ ਦੂਜੇ ਪਾਸੇ ਜਿਹੜੇ ਹੈਗੇ ਨੇ ਉਹ ਮੀਣੇ ਜਿਹੜੇ ਨੇ ਇਹਨਾਂ ਦੇ ਨਾਲ ਪੂਰੀ ਅੜਫਸ ਕਰਦੀ ਹੈ, ਕਿਉਂਕਿ ਮੀਣਿਆਂ ਦੀ ਤੇ ਗੁੱਜਰਾਂ ਦੀ ਬਣਦੀ ਨਹੀਂ ਉੱਥੇ। ਬਿਲਕੁਲ ਬਿਲਕੁਲ। ਔਰ ਤੁਹਾਨੂੰ ਯਾਦ ਹੋਏਗਾ ਜਦ ਗੁੱਜਰ ਅੰਦੋਲਨ ਹੋਇਆ ਸੀਗਾ ਤੇ ਉਹਦਾ ਐਪਿਕ ਸੈਂਟਰ ਹੁੰਦਾ ਸੀਗਾ ਹਰਿਆਣਾ ਤੇ ਦੂਜਾ ਸੀਗਾ ਰਾਜਸਥਾਨ ਦੇ ਵੱਡੇ ਲੀਡਰ ਉਹ ਗੁੱਜਰ ਅੰਦੋਲਨ ਨੂੰ ਲੀਡ ਕਰਦੇ ਹੁੰਦੇ ਸੀਗੇ। ਔਰ ਸਚਿਨ ਪਾਇਲਟ ਨੇ ਵੀ ਉਸ ਟੈਨਸ਼ਨ ਨੂੰ, ਉਸ ਗੁੱਜਰ ਅੰਦੋਲਨ ਨੂੰ ਭਾਵੇਂ ਵਧਾਵਾ ਦੇਣ ਵਾਸਤੇ, ਭਾਵੇਂ ਉਹਨੂੰ ਠੰਡੇ ਪਾਉਣ ਵਾਸਤੇ ਕਾਫੀ ਰੋਲ ਅਦਾ ਕੀਤਾ ਸੀਗਾ। ਕਈ ਵਾਰ ਕਿਸੇ ਵੀ ਲੀਡਰ ਨੂੰ ਏਦਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਸ਼ਾਇਦ ਇਹ ਗੱਡਾ, ਜਿੱਦਾਂ ਕਹਿੰਦੇ ਆ ਨਾ ਕਿ ਬੈਲ ਨੂੰ ਇਹ ਲੱਗਦਾ ਹੈ ਕਿ ਵੀ ਗੱਡੀ ਮੇਰੇ ਕਰਕੇ ਚੱਲ ਰਹੀ ਹੈ ਜਾਂ ਕੁਝ ਹੋ ਗਿਆ, ਤੇ ਉਹ ਚੀਜ਼ ਗਲਤਫਹਿਮੀ ਲੀਡਰ ਨੂੰ ਹੋ ਜਾਂਦੀ ਹੈ। ਔਰ ਇਹ ਮਿਸਕੈਲਕੂਲੇਸ਼ਨ ਕਰਕੇ ਅੱਜ ਸਚਿਨ ਪਾਇਲਟ ਨਾ ਘਟਦੇ ਰਹੇ ਨਾ ਘਟਦੇ, ਫਿਲਹਾਲ ਇਹ ਨਜ਼ਰ ਆਉਂਦਾ। ਪਰ ਬੀਜੇਪੀ ਵੀ ਆਪਣੀ ਮੀਟਿੰਗਾਂ ਦਾ ਦੌਰ ਤੇਜ਼ ਕਰਤਾ ਔਰ ਸਚਿਨ ਪਾਇਲਟ ਦੇ ਪੱਲੇ ਕੁਝ ਹੈਗਾ ਜਾਂ ਨਹੀਂ ਹੈਗਾ, ਉਸ ਗੱਲ ਨੂੰ ਟੈਸਟ ਕਰਦੇ ਹੋਏ ਅੱਗੇ ਵੀ ਏਦਾਂ ਦੀ ਕੋਸ਼ਿਸ਼ਾਂ ਹੁਣ ਜਾਰੀ ਰਹਿਣਗੀਆਂ। ਪਰ ਫਿਲਹਾਲ ਕਰੋਨੇ ਦਾ ਜਿਹੜਾ ਜ਼ੋਰ ਹੈਗਾ ਉਹ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਫੜ ਚੁੱਕਿਆ ਹੈ। ਬਿਲਕੁਲ, ਉਹ ਬੜਾ ਟੇਢਾ ਕੰਮ ਹੋਇਆ ਪਿਆ। ਹਾਂਜੀ ਜੀ। ਔਰ ਦੂਜਾ, ਹੁਣ ਕਰੋਨਾ ਦੇ ਉੱਤੇ ਜਿਹੜੀ ਕੱਲ ਗਾਈਡਲਾਈਨਸ ਆਈਆਂ, ਜਿੱਦਾਂ ਵਿਆਹਾਂ ਦੇ ਵਿੱਚ 30 ਲੋਕੀ ਤੋਂ ਜ਼ਿਆਦਾ ਤੁਸੀਂ ਇਕੱਠੇ ਨਹੀਂ ਹੋ ਸਕਦੇ, 5 ਬੰਦੇ ਤੋਂ ਜ਼ਿਆਦਾ ਇਕੱਠੇ ਹੋ ਗਏ ਤੇ ਤੁਹਾਡੇ ਖਿਲਾਫ ਕੇਸ ਹੋ ਜਾਏਗਾ। ਔਰ ਉਸ ਤੋਂ ਇਲਾਵਾ ਐਜੀਟੇਸ਼ਨ ਤੁਸੀਂ ਨਹੀਂ ਕਰ ਸਕਦੇ। ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਨਾ, ਜਿੱਦਾਂ ਅਸੀਂ ਅਕਸਰ ਇਸ ਪ੍ਰੋਗਰਾਮ ਦੇ ਰਾਹੀਂ ਗੱਲ ਵੀ ਕਰਦੇ ਹਾਂ ਕਿ ਸਰਕਾਰਾਂ ਜਿਹੜੀ ਗਾਈਡਲਾਈਨਸ ਬਣਾ ਰਹੀਆਂ ਜੀ, ਜਾਂ ਤੇ ਉਹ ਫੋਲੋ ਨਹੀਂ ਹੋ ਰਹੀ, ਔਰ ਉਹ ਗਾਈਡਲਾਈਨਸ ਵੀ ਆਪਣੀ ਹੀ ਕੀਤੀ ਹੋਈ ਗੱਲਾਂ ਦਾ ਵਿਰੋਧ ਕਰਦੀ ਹੋਈ ਨਜ਼ਰ ਆਉਂਦੀ ਹੈ। ਬੱਸਾਂ ਤੁਸੀਂ ਫੁੱਲ ਲੈ ਕੇ ਜਾ ਸਕਦੇ ਹੋ, ਲੇਕਿਨ ਆਪਣੀ ਗੱਡੀ 'ਚ ਤੁਸੀਂ 3 ਬੰਦੇ ਤੋਂ ਵੱਧ ਨਹੀਂ ਬਿਠਾ ਸਕਦੇ। ਐਜੀਟੇਸ਼ਨ ਤੁਸੀਂ ਕਰ ਰਹੇ ਸੀਗੇ, ਲੇਕਿਨ ਬਰਾਤ ਦੇ ਵਿੱਚ ਤੁਸੀਂ ਜਾਂ ਕੁੜੀ ਮੁੰਡਿਆਂ ਦੇ ਮਿਲਾ ਕੇ 30 ਤੋਂ ਜ਼ਿਆਦਾ ਗੈਸਟ ਨਹੀਂ ਹੋ ਸਕਦੇ। ਬਿਲਕੁਲ ਜੀ, ਉਹ ਗੈਸਟ ਨਹੀਂ ਹੋ ਸਕਦੇ ਜਿਹੜੇ 10-15 ਤੇ ਵੇਟਰ ਹੀ ਹੁੰਦੇ ਅੱਜ ਕੱਲ ਕੋਈ ਫੰਕਸ਼ਨ ਜਾਂ ਜੀ ਥੋੜੇ ਜਿਹੇ 15 ਤਾਂ ਉਦੋਂ ਹੀ ਹੋ ਜਾਂਦੇ ਹਨ। ਉਹ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਉੱਤੇ ਡੰਡਾ ਜਿਹਾ ਜ਼ਰੂਰ ਰੱਖਤਾ, ਪਰ ਜਿਹੜੇ ਕੰਮ ਕਰਨੇ ਚਾਹੀਦੇ ਨੇ ਉਹਨਾਂ ਕੰਮਾਂ ਦੇ ਪਿੱਛੇ ਹਜੇ ਸਰਕਾਰ ਕੋਈ ਬਹੁਤਾ ਸਕਸੈਸਫੁਲ ਨਹੀਂ ਹੋਈ। ਮੈਂ ਉਹੀ ਕਹਿੰਦਾ ਕਿ ਕੰਮ ਜਿਹੜੇ ਭਾਵੇਂ ਕੇਂਦਰ ਸਰਕਾਰ ਹੈ, ਹੁਣ ਤਾਂ ਇਹ ਹੋ ਗਿਆ ਕਿ ਮੈਂ ਪੜ੍ਹ ਰਿਹਾ ਸੀਗਾ WHO ਵੀ ਕਹਿ ਰਿਹਾ ਸੀਗਾ ਕਿ ਤੁਹਾਨੂੰ ਕਰੋਨਾ ਨਾਲ ਰਹਿਣਾ ਸਿੱਖਣਾ ਪਏਗਾ। ਹਾਂਜੀ, ਉਹ WHO ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਅਗਰ ਤੁਹਾਨੂੰ ਕੋਈ ਸਿੰਪਟਮਸ ਨਹੀਂ ਹੈਗੇ ਤੇ ਫਿਰ ਤੁਹਾਨੂੰ ਕੋਈ ਆਈਸੋਲੇਸ਼ਨ ਦੀ ਵੀ ਲੋੜ ਨਹੀਂ, ਫਲਾਣੀ ਵੀ ਲੋੜ ਨਹੀਂ। ਹੁਣ ਪਤਾ ਨਹੀਂ ਅੱਜ ਕੱਲ ਅਫਵਾਹਾਂ ਦਾ ਦੌਰ ਇੰਨਾ ਜ਼ਿਆਦਾ ਹੈ ਜੀ, ਉਹਦੇ ਵਿੱਚ ਤੁਹਾਨੂੰ ਬੜਾ ਮੁਸ਼ਕਿਲ ਹੁੰਦਾ ਹੈ ਪਛਾਣਨਾ ਕਿ ਕਿਹੜੀ ਮੇਲ ਜਾਂ ਕਿਹੜੀ ਗੱਲ ਸੱਚੀ ਹੈ, ਕਿਹੜੀ ਝੂਠੀ ਹੈ। ਔਰ ਇੱਥੇ ਤੱਕ ਕਿ ਕਰੋਨਾ ਦੀ ਜਿਹੜੀ ਵੈਕਸੀਨ ਦੀ ਗੱਲ ਹੈਗੀ ਹੈ, ਕਦੀ ਰਸ਼ੀਆ ਤੋਂ ਖਬਰ ਆਉਂਦੀ ਹੈ, ਕਦੀ ਅਮਰੀਕਾ ਤੋਂ ਖਬਰ ਆਉਂਦੀ ਹੈ ਕਿ ਬਣ ਗਈ। ਹੁਣ ਇੱਥੇ ਵੀ 15 ਅਗਸਤ ਤੱਕ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਾਮਦੇਵ ਨੇ ਤੇ ਬਾਬਾ ਰਾਮਦੇਵ ਨੇ ਤੇ ਕੋਰੋਨਲ ਏਸ਼ੀ ਕਰਤੀ ਸੀਗੀ, ਭਾਵੇਂ ਉਹ ਅਗਲੇ ਦਿਨ ਹੀ ਮੁੱਕਰ ਗਿਆ। ਯਾਨੀ ਏਦਾਂ ਦੇ ਹਾਲਾਤ ਵਿੱਚ ਹੁਣ ਕਿਹਦੇ ਉੱਤੇ ਯਕੀਨ ਕਰੀਏ, ਕਿਹਦੇ ਉੱਤੇ ਨਾ ਕਰੀਏ। ਔਰ ਦੂਜਾ, ਕਰੋਨਾ ਤੁਹਾਡੇ ਘਰ ਤੁਹਾਨੂੰ ਕਿੱਦਾਂ ਹੋਏਗਾ, ਵੱਡੇ ਵੱਡੇ ਅਫਸਰਾਂ ਦਾ, ਲੀਡਰਾਂ ਦਾ ਕਰੋਨਾ ਗ੍ਰਸਤ ਹੋਣਾ ਉਹ ਆਪਣੇ ਆਪ ਵਿੱਚ ਗਰੀਬ ਲੋਕਾਂ ਨੂੰ ਡਰਾ ਵੀ ਰਿਹਾ, ਬਹੁਤ ਜ਼ਿਆਦਾ ਡਰਾ ਰਿਹਾ। ਉਹ ਇਹ ਡਰਾ ਇਸ ਕਰਕੇ ਰਿਹਾ ਹੈ ਕਿ ਬਈ SSP ਨੂੰ ਕਰੋਨਾ ਹੋ ਗਿਆ ਤੇ ਯਾਰ ਏਦਾਂ ਲੱਗਦਾ ਹੈ ਕਿ ਵੀ ਆਪਾਂ ਕਿੱਦਾਂ ਬਚਾਂਗੇ ਜੀ, ਕਿਉਂਕਿ SSP ਦੇ ਕੋਲ ਤੇ ਬੜੇ ਸਾਰੇ ਸਾਧਨ ਹੁੰਦੇ ਆ, ਭਾਵੇਂ ਉਹ ਲੋਕਾਂ ਨੂੰ ਮਿਲਦੇ ਨੇ ਪਰ ਫਿਰ ਵੀ ਇਹਤਿਆਤ ਪੂਰੀ ਵਰਤਨੇ। ਔਰ ਅਸੀਂ ਲੋਕੀ ਆਪਣੇ ਕੰਮਾਂ ਕਾਜਾਂ ਵਾਸਤੇ ਕਿਸੇ ਵੀ ਦੁਕਾਨ ਦੇ ਵਿੱਚ ਜਾਂਦੇ ਆ ਸਿਰਫ ਮਾਸਕ ਪਾ ਕੇ, ਲੇਕਿਨ ਅਫਸਰਾਂ ਕੋਲ ਤੇ ਬੜਾ ਕੁਝ ਹੁੰਦਾ ਹੈ ਜਿਹਦੇ ਰਾਹੀਂ ਉਹ ਕਰੋਨਾ ਨੂੰ ਮਾਤ ਦੇ ਸਕਦੇ ਹੈ, ਕਰੋਨਾ ਤੋਂ ਬਚਾਅ ਕਰ ਸਕਦੇ ਹੈ। ਪਰ ਮੈਨੂੰ ਲੱਗਦਾ ਹੈ ਕਿ ਸਾਰੇ ਗੱਲਾਂ ਦੇ ਉੱਤੇ ਕਨਫਿਊਜ਼ਨ ਬਣਿਆ ਹੋਇਆ ਹੈ। ਭਾਵੇਂ 12ਵੀਂ ਦਾ ਰਿਜ਼ਲਟ ਆ ਗਿਆ, ਐਡਮਿਸ਼ਨ ਕਿੱਥੇ ਹੋਏਗਾ, ਕਾਲਜ ਕਦੋਂ ਖੁੱਲਣਗੇ, ਯੂਨੀਵਰਸਿਟੀਆਂ ਕਦੋਂ ਖੁੱਲਣਗੀਆਂ, ਇਹਨਾਂ ਉੱਤੇ ਬੜਾ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਬਣਿਆ ਹੈ ਜੋ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਜੀ, ਬੜੀ ਆਪਣੇ ਆਪ 'ਚ ਸਥਿਤੀ ਜਿਹੜੀ ਹੈ ਬੜੀ ਹੋਰ ਹੀ ਢੰਗ ਦੀ ਆ ਗਈ ਹੈ, ਕਲੈਰਿਟੀ ਨਹੀਂ ਆ ਰਹੀ, ਲੋਕਾਂ ਦੀ ਕਮਾਈਆਂ ਹੈ ਨਹੀਂ। ਅੱਜ ਮੈਂ ਇੱਕ ਮਾਲ ਜਾਣ ਦਾ ਮੌਕਾ ਮਿਲਿਆ, ਉਸ ਮਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਸੀਗਾ ਕਿ ਜਿੱਥੇ ਹਜ਼ਾਰਾਂ ਲੋਕੀ ਹੁੰਦੇ ਸੀਗੇ ਅੱਜ ਪੂਰੇ ਮਾਲ ਦੇ ਵਿੱਚ 10 ਲੋਕੀ ਵੀ ਸੀਗੇ। ਏਦਾਂ ਦੇ ਹਾਲਾਤ ਵਿੱਚ ਕਿੱਦਾਂ ਦੁਕਾਨਦਾਰ ਆਪਣਾ ਕਿਰਾਇਆ ਦੇਣਗੇ, ਕਮਾਈ ਕਿੱਦਾਂ ਕਰਨਗੇ, ਸਟਾਫ ਦਾ ਖਰਚਾ ਕਿੱਦਾਂ ਨਿਕਲੂਗਾ। ਔਰ 1 ਮਹੀਨਾ 2 ਮਹੀਨਾ 3 ਮਹੀਨਾ ਹੋਏ ਤੇ ਚਲੋ ਚੱਲਦਾ ਹੈ, ਪਰ ਇਹ ਤੇ 4 ਮਹੀਨੇ ਆਲਰੇਡੀ ਹੋ ਚੁੱਕੇ ਨੇ ਤੇ ਅੱਗੇ ਕਿੰਨੇ ਮਹੀਨੇ ਏਦਾਂ ਦੇ ਬੀਤਣਗੇ ਉਹਦਾ ਵੀ ਕੋਈ ਗਾਰੰਟੀ ਨਹੀਂ ਹੈਗੀ ਕਿ ਕਦੋਂ ਤੱਕ ਇਹ ਸਿਚੁਏਸ਼ਨ ਰਹੇਗੀ। ਏਦਾਂ ਦੇ ਹਾਲਾਤ ਵਿੱਚ ਲੋਕਾਂ ਦੀ ਰੋਜੀ ਰੋਟੀ ਦਾ ਜਾਣਾ, ਕਮਾਈਆਂ ਨਾ ਹੋਣਾ ਔਰ ਸਾਰੇ ਖਰਚੇ ਉਦਾਂ ਦੇ ਉਦਾਂ ਰਹਿਣੇ ਔਰ ਬਲਕਿ ਖਰਚਿਆਂ ਦਾ ਵੱਧ ਜਾਣਾ, ਇਹ ਆਪਣੇ ਆਪ ਵਿੱਚ ਬੜਾ ਚਿੰਤਾ ਦਾ ਵਿਸ਼ਾ ਹੈ, ਜਿਹਦੇ ਉੱਤੇ ਸਰਕਾਰਾਂ ਅਨਾਜ ਵੰਡਣ ਦੀ ਗੱਲ ਤੇ ਕਰਦੀ ਹੈ ਪਰ ਉਹ ਮਿਡਲ ਕਲਾਸ ਜਿਹਦੀ ਰੀੜ੍ਹ ਦੀ ਹੱਡੀ ਕਰੋਨਾ ਨੇ ਤੋੜਦੀ,
ਉਹਦੇ ਬਾਰੇ ਕੋਈ ਸਰਕਾਰ ਨਹੀਂ ਸੋਚ ਰਹੀ ਕਿ ਉਹਨਾਂ ਨੂੰ ਰਿਲੀਫ ਆਪਾਂ ਕਿੱਦਾਂ ਦੇਈਏ। ਉਧਰ ਤਾਂ ਧਿਆਨ ਹੀ ਨਹੀਂ ਨਾ ਹੈਗਾ ਜੀ, ਡੰਗ ਜੀ, ਟਪਾਉ। ਮਿਹਰਬਾਨੀ ਜੀ ਭਾਸਕਰ ਸਾਹਿਬ। ਤੇ ਗੁਰਦਾਸਪੁਰ ਚੱਲਦੇ ਹਾਂ ਜੀ। ਗੁਰਦਾਸਪੁਰ ਤੋਂ ਸਾਡੇ ਨਾਲ ਨਿਤਿਨ ਲੂਥਰਾ ਜੀ ਨੇ। ਲੂਥਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ ਜੀ। ਲੂਥਰਾ ਸਾਹਿਬ, ਅਸੀਂ ਅੱਜ ਜਿਵੇਂ ਭਾਸਕਰ ਸਾਹਿਬ ਦੱਸ ਕੇ ਗਏ ਨੇ ਕਿ ਸਰਕਾਰ ਕਲੀਅਰ ਹੀ ਨਹੀਂ ਹੈਗੀ ਆਪਣੇ ਉਹਦੇ ਫੈਸਲਿਆਂ ਤੇ, ਕੈਪਟਨ ਸਰਕਾਰ ਦੇ ਇਹਨਾਂ ਫੈਸਲਿਆਂ ਤੋਂ ਕਿੰਨੇ ਕੁ ਖੁਸ਼ ਨਜ਼ਰ ਆ ਰਹੇ ਨੇ ਲੋਕ ਤੇ ਸਿਆਸੀ ਪਾਰਟੀਆਂ? ਦੇਖੋ ਧੰਨਵਾਦ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਵੀ ਅਨਲੌਕ ਕਰਨ ਲੱਗਿਆ ਜੋ ਹਾਲਾਤ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਦੇ ਬਿਆਨ ਦੇਣ ਤੋਂ ਬਾਅਦ ਤੁਰੰਤ ਕੁਝ ਘੰਟਿਆਂ ਬਾਅਦ ਆਪਣੀ ਜਿਹੜੀ ਸਥਿਤੀ ਨੂੰ ਫੇਰ ਬਦਲ ਲੈਣਾ, ਆਪਣੇ ਬਿਆਨਾਂ ਨੂੰ ਬਦਲ ਲੈਣਾ, ਉਸ ਨੂੰ ਲੈ ਕੇ ਹਾਸੋਹੀਣੀ ਜੀ ਗੱਲਾਂ ਬਣੀਆਂ ਰਹੀਆਂ। ਹੁਣ ਵੀ ਕੱਲ ਜਦੋਂ ਇਹਨਾਂ ਨੇ ਬਿਆਨ ਦਿੱਤਾ ਵਾ ਕਿ 50 ਵਿਅਕਤੀ ਜਿਹੜੇ ਵਿਆਹ 'ਚ ਜਾ ਸਕਦੇ ਸੀ, ਉਹਨਾਂ ਤੋਂ ਇਲਾਵਾ ਹੁਣ 30 ਕਰ ਦਿੱਤੇ ਗਏ ਨੇ ਜੀ। ਠੀਕ ਹੈ ਜੀ। ਉਹਦੇ ਵਿੱਚ ਹੁਣ 30 ਦੇ ਵਿੱਚ 15 ਬੰਦੇ ਕਹਿ ਲਓ ਉਹਦੇ ਕੁੜੀ ਵਾਲੇ ਪੱਖ ਵੱਲੋਂ, ਮੁੰਡੇ ਵਾਲੇ ਪੱਖ ਵੱਲੋਂ ਪਾ ਕੇ, ਵੇਟਰ ਪਾ ਕੇ, ਜੇ ਕੋਈ ਗ੍ਰੰਥੀ ਸਿੰਘ ਵਾ ਤੇ ਗ੍ਰੰਥੀ ਸਿੰਘ ਪਾ ਕੇ, ਸੋ ਸਾਰਾ ਕੁਝ ਕੁੱਲ ਮਿਲਾ ਕੇ 30 ਬੰਦੇ ਕਰ ਦਿੱਤੇ ਗਏ ਆ ਜੀ। ਜੇ ਕੋਈ ਮਰ ਜਾਂਦਾ ਤੇ 20 ਬੰਦੇ ਕਰ ਦਿੱਤੇ ਗਏ ਨੇ। ਕੋਈ ਵੀ ਸਿਆਸੀ ਬੰਦਾ 5 ਬੰਦਿਆਂ ਤੋਂ ਵੱਧ ਮੀਟਿੰਗ ਨਹੀਂ ਕਰ ਸਕਦਾ, ਔਰ ਇਸ ਤੋਂ ਇਲਾਵਾ ਕੋਈ ਧਰਨੇ ਪ੍ਰਦਰਸ਼ਨ ਟੋਟਲ ਬੰਦ ਕਰ ਦਿੱਤੇ ਗਏ। ਇਹ ਮੋਟੀ ਮੋਟੀ ਗੱਲ ਆ। ਹੁਣ ਸਵਾਲ ਆ, ਜਿਹੜੇ ਸਿਆਸੀ ਲੋਕ ਨੇ, ਚਾਹੇ ਉਹ ਲੋਕ ਇਨਸਾਫ ਪਾਰਟੀ ਦੇ ਬੰਦੇ ਨੇ, ਚਾਹੇ ਆਮ ਆਦਮੀ ਪਾਰਟੀ ਦੇ ਬੰਦੇ ਨੇ, ਅਕਾਲੀ ਦਲ ਦੇ ਨੇ, ਕਿਸੇ ਵੀ ਪਾਰਟੀ ਦੇ ਨੇ, ਉਹਨਾਂ ਦਾ ਕਹਿਣਾ ਕਿ ਇਹ ਜਿਹੜੇ ਹੁਕਮ ਨੇ ਇਹ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਨੁਮਾਇੰਦਿਆਂ ਤੇ ਲਾਗੂ ਹੁੰਦੇ ਨੇ ਕਿ ਨਹੀਂ। ਉਹਨਾਂ ਦੇ ਸਵਾਲੀਆ ਨਿਸ਼ਾਨ ਉਲਟ ਉਹਨਾਂ ਨੇ ਲਾਤਾ ਕਿ ਕੀ ਉਹਨਾਂ ਤੇ ਲਾਗੂ ਹੁੰਦੇ ਨੇ। ਅਗਰ ਹੁੰਦੇ ਨੇ ਤਾਂ ਫਿਰ ਸਭ ਤੋਂ ਪਹਿਲਾਂ ਮੰਤਰੀਆਂ ਦੀ ਸਿਕਿਉਰਿਟੀ ਘਟਾਈ ਜਾਵੇ ਜੀ, ਕਿਉਂਕਿ ਉਹ ਆਪ ਹੀ ਬਹੁਤ ਜ਼ਿਆਦਾ ਹੁੰਦੇ ਨੇ। ਉਸ ਤੋਂ ਬਾਅਦ ਅਗਰ ਇਹ ਸਾਰਾ ਕੁਝ ਹੈਗਾ ਤਾਂ ਕੀ ਪ੍ਰਸ਼ਾਸਨ ਤੇ ਵੀ ਇਹ ਜਿਹੜੇ ਹੁਕਮ ਨੇ ਲਾਗੂ ਹੁੰਦੇ ਨੇ? 5 ਬੰਦਿਆਂ ਤੋਂ ਵੱਧ ਮੀਟਿੰਗ ਕਰਨੀ ਨਾ ਕਰਨੀ, ਇਹ ਬੜੀ ਹਾਸੋਹੀਣੀ ਦੀ ਗੱਲ ਹੈ। ਦੂਸਰੀ ਗੱਲ ਕਿ ਪਹਿਲਾਂ ਚਲਾਨ ਕੱਟੇ ਜਾਂਦੇ ਸੀ, ਹੁਣ ਪਰਚੇ ਦਰਜ ਹੋਇਆ ਕਰਨਗੇ। ਹਾਂਜੀ, ਇਹ ਗੱਲ ਆ ਗਈ। ਹਾਂ, ਹੁਣ ਜਿਹੜੇ ਸਿਆਸੀ ਲੋਕ ਨੇ ਉਹ ਕਹਿੰਦੇ ਜੀ ਅਸੀਂ ਨਹੀਂ ਮੰਨਦੇ, ਸਿਰੇ ਤੋਂ ਨਕਾਰਤਾ। ਉਹ ਕਹਿੰਦੇ ਲੋੜ ਪਈ ਤੇ ਧਰਨੇ ਵੀ ਦਾਂਗੇ, ਮੀਟਿੰਗਾਂ ਵੀ ਕਰਨਗੇ, ਜੋ ਇਹਨਾਂ ਕੋਲ ਬਣਦਾ ਉਹ ਕਰ ਲੈਣ, ਕਿਉਂਕਿ ਅਸੀਂ ਪੰਜਾਬ ਦੇ ਮੁੱਦੇ ਚੁੱਕਣੋਂ ਨਹੀਂ ਹਟਣਾ। ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਦੀ ਆੜ ਦੇ ਵਿੱਚ ਸਿਆਸੀ ਜਿਹੜੀ ਗੱਲ ਵਾ ਉਹ ਕੀਤੀ ਜਾ ਰਹੀ ਆ, ਤੇ ਦੂਸਰੇ ਪਾਸੇ ਇਹ ਕਰੋਨਾ ਦਾ ਸਹਾਰਾ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਦਬਾਉਣ ਦੀ ਗੱਲ ਕੀਤੀ ਜਾ ਰਹੀ ਆ। ਅਗਰ ਏਦਾਂ ਕਰਨਾ ਹੀ ਆ ਤੇ ਪਹਿਲਾਂ ਬੱਸਾਂ ਚੋਂ ਤੇ ਬੰਦੇ ਘਟਾਓ। ਹਾਂ, ਬੰਦੇ ਘਟਾਓ ਜੀ। ਅੱਛਾ, ਕਾਰ ਦੇ ਵਿੱਚ 2 ਬੰਦੇ ਕਰਤੇ। ਅੱਛਾ, ਕਾਰ 'ਚ 2 ਕਰਤੇ ਜੀ। ਅੱਛਾ, ਕਾਰ 'ਚ 2 ਕਰਤੇ। ਕਾਰ 'ਚ 2 ਕਰਤੇ। ਮੈਨੂੰ ਦੱਸੋ, ਇੱਕ ਬੰਦਾ ਡਰਾਈਵਰ ਤੇ ਇੱਕ ਮੀਆਂ ਬੀਬੀ ਨੇ ਕਿਤੇ ਆਪਣੇ ਦੁੱਖ ਦਰਦ ਦੀ ਦਵਾਈ ਲੈਣ ਜਾਣਾ ਤੇ ਕੀ ਕਰੇਗਾ ਜੀ ਉਹ? ਇਹ ਵੀ ਗੱਲ ਦੱਸੋ। ਹਾਂ, ਜੇ ਬਜ਼ੁਰਗ ਨੇ ਤਾਂ ਉਹਨੂੰ ਡਰਾਈਵਰ ਦੀ ਲੋੜ ਪੈਣੀ ਹੈ, ਬਜ਼ੁਰਗ ਨੇ ਤਾਂ ਉਹਨੂੰ ਡਰਾਈਵਰ ਦੀ ਵੀ ਲੋੜ ਪੈਣੀ ਹੈ। ਧੰਨਵਾਦ ਸਾਹਿਬ, ਸੋਚਣ ਵਾਲੀ ਗੱਲ ਆ। ਪਰਿਵਾਰ ਦਾ ਇੱਕ ਜੀ ਕੋਈ ਬਿਮਾਰ ਹੋ ਗਿਆ ਮੰਨ ਲਓ, ਕੀ ਉਹ ਬੰਦਾ ਆਪ ਡਰਾਈਵ ਕਰਕੇ ਜਾਵੇ ਕਿ ਕੱਲਾ ਡਰਾਈਵਰ ਨੂੰ ਲੈ ਜਾਵੇ? ਰਸਤੇ 'ਚ ਕੋਈ ਅਣਹੋਣੀ ਹੋ ਜੇ ਤੇ ਪਾਣੀ ਦੀ ਲੋੜ ਪੈ ਜੇ, ਕੀ ਡਰਾਈਵਰ ਪਲਾਏਗਾ? ਸਾਡਾ ਮੰਨ ਲਓ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰ ਰਹੇ, ਕੋਈ ਬਹੁਤ ਵੱਡੀ ਮੈਡੀਸਿਟੀ ਨਹੀਂ ਹੈ ਇੱਥੇ। ਜਿੰਨੇ ਲੋਕ ਜਾਂ ਤੇ ਡੀਐਮਸੀ ਲੁਧਿਆਣੇ ਨੂੰ ਭੱਜਦੇ ਆ ਜਾਂ ਜਲੰਧਰ ਨੂੰ ਭੱਜਦੇ ਆ, ਤੇ ਜਾਂ ਫਿਰ ਮੋਟੀ ਮੋਟੀ ਗੱਲ ਕਰੀਏ ਤੇ 40 ਕਿਲੋਮੀਟਰ ਦੂਰ ਅੰਮ੍ਰਿਤਸਰ ਨੂੰ 90% ਲੋਕ ਅੰਮ੍ਰਿਤਸਰ ਜਾ ਕੇ ਇਲਾਜ ਕਰਵਾਉਂਦੇ ਨੇ ਜੀ ਆਪਣਾ। ਹਾਂ, ਬਿਲਕੁਲ ਹੈਗਾ ਹੀ ਜਿਹੜੀ ਅੰਮ੍ਰਿਤਸਰ ਹੱਬ ਹੈ ਇੱਧਰ ਮਾਝੇ ਦਾ। ਤਾਂ ਤੇ ਫਿਰ ਕਿੱਦਾਂ ਇਹ ਫੈਸਲਿਆਂ ਨੂੰ ਕਿੱਦਾਂ ਲੋਕ ਮੰਨਣਗੇ? ਇਹ ਵੀ ਫਿਰ ਸਿੱਧਾ ਸਿੱਧਾ ਟਪਾਟ ਹੋ ਗਿਆ ਪ੍ਰਸ਼ਾਸਨ ਦਾ ਤੇ ਲੋਕਾਂ ਦਾ। ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਸੇਫ ਹਾਊਸ 'ਚ ਬੈਠੇ ਨੇ, ਜਾਂ ਤੇ ਉਹ ਨਿਕਲ ਕੇ ਬਾਹਰ ਤੇ ਆਉਣ, ਆ ਕੇ ਜਿਹੜੀ ਗਰਾਊਂਡ ਲੈਵਲ ਦੀ ਸਥਿਤੀ ਆ ਉਹ ਵੇਖਣ ਪਹਿਲਾਂ ਆ ਕੇ ਜੀ। ਬਿਲਕੁਲ, ਗਰਾਊਂਡ 'ਚ ਕੀ ਆ ਉਹਨਾਂ ਨੇ ਤਾਂ ਨਿਕਲਣਾ ਹੀ ਨਹੀਂ ਬਾਹਰ ਜੀ। ਉਹ ਤਾਂ ਆਪਾਂ ਨੂੰ ਐਵੇਂ ਕਹਿਣ ਨੂੰ ਮਰਜ਼ੀ ਕਰੀ ਚੱਲੋ। ਤੇ ਕਰੋਨਾ ਦੀ ਸਥਿਤੀ ਬਾਰੇ ਕੀ ਹੈ ਜੀ ਸਾਰਾ? ਤੇ ਕਰੋਨਾ ਅੱਜ ਫਿਲਹਾਲ ਜਿਹੜਾ ਵਾ, ਫਿਲਹਾਲ ਜੋ ਥੋੜੀ ਜੀ ਠੱਲ ਪਈ ਆ, ਰਿਕਵਰੀ ਰੇਟ ਅੱਛਾ ਵਾ। ਅੱਜ 2 ਕੇਸ 3-4 ਦਿਨ ਬਾਅਦ 2 ਕੇਸ ਸਾਹਮਣੇ ਆਏ ਨੇ ਜੀ। ਫਿਰ ਵੀ ਆਪਾਂ ਲੋਕਾਂ ਨੂੰ, ਆਪਣੇ ਜਿਹੜੇ ਸਰੋਤੇ ਸਾਡੇ ਸੁਣਦੇ ਪਏ, ਅਸੀਂ ਇਹੋ ਅਪੀਲ ਕਰਾਂਗੇ ਕਿ ਕੋਸ਼ਿਸ਼ ਕਰੋ 60 ਸਾਲ ਤੋਂ ਵੱਧ ਦੇ ਉਮਰ ਦੇ ਲੋਕ ਬਾਹਰ ਨਾ ਨਿਕਲਣ। ਖਾਸ ਕਰਕੇ ਘਰ ਵੀ ਬੈਠਣਾ ਤੇ ਸੋਸ਼ਲ ਡਿਸਟੈਂਸ ਨਾਲ ਹੀ ਬੈਠਾ ਜਾਵੇ। ਤੇ ਬਾਹਰ ਦੀ ਤੇ ਗੱਲ ਤੁਹਾਨੂੰ ਪਤਾ ਹੀ ਹੈ ਕਿ ਬਾਹਰ ਵੀ ਇਹੀ ਅਪੀਲ ਕਰਾਂਗੇ ਕਿ ਆਪੋ ਆਪਣੇ ਜ਼ਰੂਰੀ ਕੰਮ ਲਈ ਬਾਹਰ ਨਿਕਲਣ, ਮਾਸਕ ਲਾ ਕੇ ਨਿਕਲਣ, ਕਿਉਂਕਿ ਹਾਲਾਤ ਬਹੁਤ ਗੰਭੀਰ ਨੇ। ਅੰਦਰ ਦੀ ਜਾਣਕਾਰੀ ਤੁਹਾਨੂੰ ਦੇ ਰਹੀ ਹੈ ਤੇ ਸੂਤਰਾਂ ਤੋਂ ਸਾਨੂੰ ਮਿਲੀ ਆ। ਹੁਣ ਫਿਰ ਇੱਕ ਵਾਰ ਫਿਰ ਜਿਸ ਤਰ੍ਹਾਂ ਲਾਕਡਾਊਨ ਦੇ ਜਦੋਂ ਸ਼ੁਰੂਆਤ ਹੋਈ ਸੀ
ਤਾਂ ਇਹਨਾਂ ਨੇ ਆਈਸੋਲੇਟ ਸੈਂਟਰਾਂ ਨੂੰ ਲੱਭਣਾ ਸ਼ੁਰੂ ਕਰਤਾ ਸੀ, ਬਣਾਉਣਾ ਸ਼ੁਰੂ ਕਰਤਾ ਸੀ। ਸੂਤਰਾਂ ਦੇ ਹਵਾਲੇ ਤੋਂ ਅੱਜ ਜਿਹੜੀ ਸਾਨੂੰ ਖਬਰ ਆ ਰਹੀ ਹੈ ਕਿ ਸਿਹਤ ਵਿਭਾਗ ਹੁਣ 100 ਬੈੱਡ ਦਾ ਜੀ ਜੀ 50 ਬੈੱਡ ਦਾ ਆਈਸੋਲੇਟ ਸੈਂਟਰ ਲੱਭ ਰਿਹਾ ਵਾ। ਜੀ ਬਿਲਕੁਲ ਬਿਲਕੁਲ ਬਿਲਕੁਲ, ਮਿਹਰਬਾਨੀ ਜੀ ਜੀ, ਮਿਹਰਬਾਨੀ। ਮੈਨੂੰ ਮੋਗੇ ਜਾਣਾ ਪੈਣਾ ਜੀ। ਮੋਗੇ ਬੜੀ ਇੱਕ ਬ੍ਰੇਕਿੰਗ ਨਿਊਜ਼ ਆ ਗਈ ਹੈ ਸਾਡੇ ਕੋਲੇ। ਮੋਗੇ ਤੋਂ ਸੂਰਜ ਮਿੱਤਲ ਜੀ ਸਾਡੇ ਨਾਲ ਨੇ। ਸੂਰਜ ਜੀ, ਗੋਲੀ ਚੱਲਣ ਦੀ ਖਬਰ ਆ ਰਹੀ ਹੈ ਮੋਗੇ ਦੇ ਵਿੱਚ, ਕਿੱਥੇ ਘਟਨਾ ਵਾਪਰੀ ਹੈ ਜੀ, ਕਿਉਂ ਗੋਲੀ ਚੱਲੀ ਹੈ? ਬਿਲਕੁਲ ਜੀ, ਕੁਝ ਮਿੰਟ ਪਹਿਲਾਂ ਜਿਹੜਾ ਹੈਗਾ ਮੋਗਾ ਦਾ ਪੋਸਟ ਏਰੀਆ ਨਿਊ ਟਾਊਨ ਗਲੀ ਨੰਬਰ 1 ਜਿਹੜਾ ਹੈਗਾ ਵਾ ਜੀ, ਉੱਥੇ ਗੋਲੀ ਚੱਲੀ ਹੈਗੀ ਹੈ। ਇੱਕ ਕੱਪੜੇ ਦਾ ਸ਼ੋਰੂਮ ਹੈ, ਕਾਫੀ ਵੱਡਾ ਸ਼ੋਰੂਮ ਹੈ। ਉੱਥੇ ਜਿਹੜਾ ਮਾਲਕ ਦੁਕਾਨ ਦੇ ਅੰਦਰ ਬੈਠਾ ਸੀਗਾ ਔਰ ਉਹ 2 ਬੰਦੇ ਜਿਹੜੇ ਹੈਗੇ ਦੁਕਾਨ ਦੇ ਅੰਦਰ ਦਾਖਲ ਹੋਏ, ਮੋਟਰਸਾਈਕਲ ਦੇ ਸਵਾਰ ਸੀਗੇ ਜੀ। ਇੱਕ ਬੰਦਾ ਅੰਦਰ ਆਇਆ ਔਰ ਇੱਕ ਬੰਦਾ ਬਾਹਰ ਖੜਾ ਰਿਹਾ। ਅੰਦਰ ਆਏ ਬੰਦੇ ਨੇ ਜਿਹੜਾ ਹੈਗਾ ਵਾ ਇੱਕੋ ਦਮ ਗੋਲੀਆਂ ਦੀ ਜਿਹੜੀ ਹੈਗੀ ਆ ਫਾਇਰ ਦੀ ਕਰਤੇ, ਪੂਰੀ ਵਿਚਾਰ ਕਰਤੀ ਔਰ 4 ਗੋਲੀਆਂ ਜਿਹੜੀਆਂ ਹੈਗੀਆਂ ਮੈਂ ਉਸ ਦੁਕਾਨ ਦੇ ਮਾਲਕ ਤੇ ਵੱਜੀਆਂ ਜੀ। ਮੌਕੇ ਤੇ ਹਜੇ ਹੁਣੇ ਐਸਪੀ ਸਾਹਿਬ ਪਹੁੰਚੇ ਹੈਗੇ ਆ ਔਰ ਜਿਹੜੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਅਸੀਂ ਵੀ ਉੱਥੇ ਮੌਕੇ ਤੇ ਹੀ ਖੜੇ ਹੈਗੇ। ਸੀਸੀਟੀਵੀ ਦੇ ਵਿੱਚ ਉਹਦੇ ਚਿਹਰੇ ਕਹਿੰਦੇ ਕੈਦ ਹੋ ਚੁੱਕੇ ਆ ਜੀ, ਫੁਟੇਜ ਦੇਖੀ ਜਾ ਰਹੀ ਹੈਗੀ ਹੈ। ਪਰ ਇੱਥੇ ਜਿਹੜੇ ਪ੍ਰਤੱਖ ਦਰਸ਼ੀਆਂ ਦਾ ਇਹੀ ਕਹਿਣਾ ਵੀ ਜਦੋਂ ਗੋਲੀ ਚੱਲੀ ਉਹ ਅੰਦਰ ਜਿਹੜੇ ਵਰਕਰ ਸੀ ਇਹਨਾਂ ਦੇ ਉਹ ਭੱਜ ਕੇ ਜਦੋਂ ਨੂੰ ਬਾਹਰ ਆਏ, ਉਹ ਬੰਦਾ ਜਿਹੜਾ ਹੈਗਾ ਵਾ ਫਟਾਫਟ ਭੱਜ ਕੇ ਬਾਹਰ ਨਿਕਲਿਆ ਮੋਟਰਸਾਈਕਲ ਤੇ ਬਹਿ ਕੇ। ਇੱਧਰ ਥਾਣਾ ਸਿਟੀ 2 ਹੈਗਾ ਨਾਲ ਲੱਗਦਾ, ਉਧਰਲੇ ਪਾਸੇ ਨੂੰ ਹੀ ਫਰਾਰ ਹੋ ਗਿਆ ਔਰ ਇਹਨਾਂ ਨੇ ਕਾਫੀ ਪਿੱਛਾ ਵੀ ਕੀਤਾ ਪਰ ਉਹ ਜਿਹੜਾ ਹੈਗਾ ਅੱਖਾਂ ਤੋਂ ਓਝਲ ਹੋ ਗਏ ਜੀ। ਔਰ ਇਹ ਕੁਝ ਮਿੰਟਾਂ ਪਹਿਲਾਂ ਦੀ ਇਹੀ ਗੱਲ ਹੈਗੀ ਹੈ ਜਿਹੜਾ ਮੋਗਾ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕਾਰਨ ਕੀ ਦੱਸਿਆ ਜਾ ਰਿਹਾ? ਕੋਈ ਦੁਸ਼ਮਣੀ, ਲੁੱਟ, ਕੀ ਕੋਈ ਗੱਲ? ਅਜੇ ਕੁਝ ਨਹੀਂ ਸਾਹਮਣੇ ਆ ਰਿਹਾ ਜੀ। ਉਹਨਾਂ ਦੇ ਪਰਿਵਾਰ ਵਾਲੇ ਤੇ ਇਹੀ ਕਹਿ ਰਹੇ ਆ, ਉਹਨਾਂ ਦੀ ਵਾਈਫ ਵੀ ਇੱਥੇ ਪਹੁੰਚ ਚੁੱਕੀ ਹੈ ਦੁਕਾਨ ਤੇ। ਉਹਨਾਂ ਦਾ ਇਹੀ ਕਹਿ ਰਹੇ ਸਾਡੀ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਕੋਈ ਰੰਜਿਸ਼ ਨਹੀਂ ਹੈਗੀ। ਕੀ ਕਾਰਨ ਪਿਆ ਉਹਨਾਂ ਨੂੰ ਖੁਦ ਨਹੀਂ ਸਮਝ ਆ ਰਿਹਾ। ਉਹਨਾਂ ਦਾ ਬ੍ਰਦਰ ਵੀ ਇੱਥੇ ਬੈਠਾ ਹੈਗਾ ਵਾ, ਘਰ ਵਾਲੇ ਸਾਰੇ ਇੱਥੇ ਪਹੁੰਚ ਚੁੱਕੇ ਹੈਗੇ। ਫਿਲਹਾਲ ਜਿਹੜਾ ਹੈਗਾ ਇਸ ਟਾਈਮ ਦੱਸ ਪਾਣਾ ਬੜਾ ਮੁਸ਼ਕਲ ਹੈ ਕੀ ਕਾਰਨ ਬਣਿਆ। ਅਜੇ ਤਾਂ ਪੁਲਿਸ ਆਪਦੀ ਜਾਂਚ ਕਰ ਰਹੀ ਹੈਗੀ ਹੈ ਔਰ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇਖ ਕੇ ਪਤਾ ਚੱਲ ਸਕਿਆ ਕਿ ਉਹਨਾਂ ਦੇ ਚਿਹਰੇ ਕਿਸ ਤਰ੍ਹਾਂ ਦੇ ਸੀਗੇ ਔਰ ਕੀ ਗਾਂ ਪੁਲਿਸ ਆਪਣੀ ਕਾਰਵਾਈ ਕਰਦੀ ਹੈਗੀ ਹੈ ਜੀ। ਤੇ ਕਰੋਨਾ ਦੀ ਸਥਿਤੀ ਕੀ ਹੈ ਜੀ? ਕਰੋਨਾ ਦੀ ਜੇ ਗੱਲ ਕਰੀਏ ਜੀ, ਇੱਥੇ ਮੋਗਾ ਦੇ ਵਿੱਚ ਇੱਕ ਡੀਐਸਪੀ ਹੈਗੇ ਆ ਤੇ 3 ਹੋਰ ਪੁਲਿਸ ਮੁਲਾਜ਼ਮ ਜਿਹੜੇ ਕਰੋਨਾ ਪੋਜ਼ਿਟਿਵ ਆਏ ਆ। ਬਾਘਾ ਪੁਰਾਣਾ ਵਿਖੇ ਇਹਨਾਂ ਦੀ ਡੀਐਸਪੀ ਦੀ ਡਿਊਟੀ ਸੀਗੀ ਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਡੀਐਸਪੀ ਜਿਹੜਾ ਪੋਜ਼ਿਟਿਵ ਆਇਆ ਹੈਗਾ। ਉਸ ਤੋਂ ਬਗੈਰ ਜਿਹੜੇ ਹੈਗੇ ਆ ਕੁੱਲ 8 ਮਾਮਲੇ ਆਏ ਸੀ, ਜਿਨ੍ਹਾਂ 4 ਪੁਲਿਸ ਮੁਲਾਜ਼ਮ ਸੀਗੇ, 1 ਸੈਨਾ ਦਾ ਜਵਾਨ ਸੀਗਾ ਔਰ 3 ਹੋਰ ਸੀਗੇ ਜੀ। ਔਰ ਇਹਨਾਂ ਨੂੰ ਜਿਹੜਾ ਹੈਗਾ ਵਾ ਵੱਖ-ਵੱਖ ਥਾਵਾਂ ਤੇ, ਜਿਵੇਂ ਡੀਐਸਪੀ ਸਾਹਿਬ ਲੁਧਿਆਣਾ ਹੈਗਾ ਉੱਥੇ ਸੀਗੇ, ਉਹਨਾਂ ਦੀ ਰਿਪੋਰਟ ਸੀਗੀ ਆਈ ਤੇ ਉੱਥੇ ਹੀ ਰੱਖਿਆ ਗਿਆ। ਤੇ ਬਾਕੀਆਂ ਨੂੰ ਜਿਹੜਾ ਹੈਗਾ ਵਾ ਕੁਝ ਘਰ ਦੇ ਵਿੱਚ ਆਈਸੋਲੇਸ਼ਨ ਕੀਤੇ ਗਏ ਹੈਗੇ ਆ ਔਰ ਕੁਝ ਜਿਹੜਾ ਹੈਗਾ ਵਾ ਬਾਘਾ ਪੁਰਾਣਾ ਇਹਨਾਂ ਦੇ ਜਿਹੜਾ ਆਈਸੋਲੇਸ਼ਨ ਸੈਂਟਰ ਬਣਾਇਆ ਸਰਕਾਰੀ ਹਸਪਤਾਲ ਉੱਥੇ ਰੱਖੇ ਗਏ ਆ ਜੀ ਜੀ। ਸੋ ਮੌਸਮ ਵਗੈਰਾ ਜੀ? ਮੌਸਮ ਦਾ ਤੇ ਮਿਜਾਜ ਹਜੇ ਕੋਈ ਬਦਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਗਰਮੀ ਆ ਤਾਂ ਪੂਰਾ ਪ੍ਰਚੰਡ ਦਿਖਾ ਰਹੀ ਹੈਗੀ ਹੈ, ਪਰ ਲੋਕ ਤਰਾਈ ਕਰ ਰਹੇ ਹੈਗੇ ਗਰਮੀ। ਜੀ ਜੀ। ਸੋ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਤੇ ਬਰਨਾਲੇ ਚੱਲਦੇ ਆ। ਬਰਨਾਲੇ ਆਪਣੇ ਨਾਲ ਕਮਲਜੀਤ ਸੰਧੂ ਜੁੜ ਗਏ ਨੇ। ਤੇ ਕਮਲਜੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਹਿੰਦੇ ਵਿਦੇਸ਼ੋਂ ਪਰਤੇ ਨੌਜਵਾਨ ਨੂੰ ਕਹਿੰਦੇ ਵਿਹਲੇਪਨ ਨੇ ਕਹਿੰਦੇ ਖੇਤੀ ਸਿਖਾ ਦਿੱਤੀ ਹੈ ਜੀ। ਹਾਂਜੀ ਬਿਲਕੁਲ। ਸਾਡੇ ਬਰਨਾਲਾ ਦੇ ਨਾਲ ਜਿਹੜਾ ਪਿੰਡ ਆ ਜੀ, ਇਹ ਧਨੌਲਾ ਦੇ ਨਾਲ ਹਰੀਗੜ੍ਹ ਪਿੰਡ ਦਾ ਇੱਕ ਨੌਜਵਾਨ ਆ ਸੁਖਵਿੰਦਰ ਸਿੰਘ ਸੁੱਖੀ। ਉਹਨੇ ਜਿਹੜਾ ਪਹਿਲਾਂ ਉਹ ਵਿਦੇਸ਼ ਤੋਂ ਆਇਆ ਸੀਗਾ, ਕੈਲੀਫੋਰਨੀਆ ਤੋਂ ਵਾਪਸ ਪਰਤਿਆ ਸੀ। ਇੱਕ ਉਹਦਾ ਭਰਾ ਤੇ ਉਹਦੀ ਭਰਾ ਦੀ ਫੈਮਿਲੀ ਹੈ ਜਿਹੜੀ ਉਹ ਉੱਥੇ ਸੈਟਲ ਨੇ ਤੇ 10-12 ਕਿੱਲੇ ਜ਼ਮੀਨ ਵੀ ਉਹਦੇ ਕੋਲੇ ਆਪਦੀ ਜੱਦੀ ਹੈ। ਪਰ ਉਹ ਜ਼ਮੀਨ ਆ ਜਿਹੜੀ ਉਹਦੀ ਠੇਕੇ ਤੇ ਦਿੱਤੀ ਵੀ ਸੀਗੀ ਆਪਦੇ ਚਾਚੇ ਤਾਇਆਂ ਨੂੰ। ਤੇ ਜਦੋਂ ਲੋਕਡਾਊਨ ਦੌਰਾਨ ਉਹ ਕਹਿੰਦਾ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਜਿਹੜਾ ਘਰੇ ਬੈਠੇ ਦਾ ਜੀ ਨਾ ਲੱਗਿਆ। ਤੇ ਪਹਿਲਾਂ ਉਹਨੇ ਨਾ ਕਦੇ ਖੇਤੀ ਕੀਤੀ ਸੀ ਤੇ ਚੰਡੀਗੜ੍ਹ ਵੀ ਰਹਿੰਦਾ ਰਿਹਾ ਹੈਗਾ। ਚੰਡੀਗੜ੍ਹ ਦੇ ਤੇ ਯਾਨੀ ਵਿਹਲਾ ਰਿਹਾ ਜੀ ਸ਼ੁਰੂ ਤੋਂ ਹੀ। ਪਰ ਉਹ ਕਹਿੰਦਾ ਮੇਰੇ ਲੋਕਡਾਊਨ ਦੌਰਾਨ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ, ਕਹਿੰਦਾ ਮੈਂ ਖੇਤੀਬਾੜੀ ਵਿਭਾਗ ਵਾਲੇ ਗਿਆ ਤੇ ਸਿਰਫ 4 ਬਿੱਗੇ ਜਿਹੜੀ ਉਹਨੇ ਮੱਕੀ ਬੀਜੀ। ਮੱਕੀ ਦੇ ਵਿੱਚ ਉਹਨੇ ਧਨੀਆ ਲਾ ਲਿਆ, ਧਨੀਆ ਤੇ ਜਿਹੜਾ ਹੋਰ ਜਿਹੜੀਆਂ ਸਿਆਲੂ ਫਸਲਾਂ ਨੇ ਜਿਵੇਂ ਸਾਗ ਹੋ ਗਿਆ, ਪਾਲਕ ਹੋ ਗਿਆ, ਇਸ ਤਰ੍ਹਾਂ ਉਹ 4 ਬਿੱਗਿਆਂ ਦੇ ਵਿੱਚ ਉਹਨੇ ਬੀਜਿਆ। ਤੇ ਜਦੋਂ ਉਹ ਮੰਡੀ ਦੇ ਵਿੱਚ ਗਿਆ ਤਾਂ ਮੰਡੀ 'ਚ ਉਹਨੂੰ ਰੇਟ ਨਾ ਮਿਲਿਆ ਤਾਂ ਉਹਨੇ ਇਹ ਸੋਚਿਆ ਵੀ ਜਿਹੜਾ ਆਪ ਖੁਦ ਮੰਡੀ ਦੇ ਵਿੱਚ ਆਪ ਦੁਕਾਨ ਲਾ ਕੇ ਅੱਡਾ ਲਾ ਕੇ ਇਹ ਸਮਾਨ ਵੇਚਿਆ ਜਾਵੇ ਜੀ। ਤਾਂ ਉਹਨੇ ਦੱਸਿਆ ਵੀ ਜਿਹੜਾ ਮੈਂ ਉਸ ਤੋਂ ਬਾਅਦ ਉਹ ਜਿਹੜਾ 4 ਬਿੱਗਿਆਂ ਦੇ ਵਿੱਚ ਜਿਹੜਾ ਧਨੀਆ ਸੀਗਾ ਘੱਟੋ ਘੱਟ 1000 ਰੁਪਏ ਦਾ ਜਿਹੜਾ ਧਨੀਆ ਉਹ ਮੰਡੀ ਦੇ ਵਿੱਚ ਖੁਦ ਆਪ ਪਹਿਲਾਂ ਖੇਤ ਚੋਂ ਪੱਟ ਕੇ ਉਦੋਂ ਬਾਅਦ ਗੁੱਟੀਆਂ ਬਣਾ ਕੇ ਤੇ ਉਹਨੂੰ ਸੇਲ ਕੀਤਾ। ਅੱਜ ਕੱਲ੍ਹ ਤਾਂ ਧਨੀਆ ਵੀ ਬਹੁਤ ਮਹਿੰਗਾ ਹੈ ਜੀ, ਪੂਰਾ ਮਹਿੰਗਾ ਧਨੀਆ। ਧਨੀਆ 300 ਰੁਪਏ ਜਿਹੜਾ ਕਿਲੋ ਤੋਂ ਕਾਫੀ ਜ਼ਿਆਦਾ ਰੇਟ ਆ ਜੀ ਉਹਦਾ। ਤੇ ਜਿਹੜੀਆਂ ਗੁੱਟੀਆਂ ਉਹਨੇ 10 ਰੁਪਏ ਦੀਆਂ 20 ਰੁਪਏ ਦੀ ਵੇਚੀ। ਉਹਨੇ ਕਿਹਾ ਕਿ ਸਿਰਫ ਧਨੀਆ ਦੇ ਵਿੱਚੋਂ ਉਹਨੂੰ 800-900 ਤੋਂ ਲੈ ਕੇ 1000 ਰੁਪਏ ਦਿਹਾੜੀ ਦਾ ਜਿਹੜਾ ਬਣਨ ਲੱਗ ਗਿਆ। ਤੇ ਉਸ ਤੋਂ ਬਾਅਦ ਹੋਰ ਜਿਵੇਂ ਸਾਗ ਹੋ ਗਿਆ, ਸੱਲੀਆਂ ਹੋ ਗਈਆਂ ਤੇ ਜਿਹੜੀ ਮੱਕੀ ਆ
ਤਾਂ ਉਹਨਾਂ ਨੇ ਇਹ ਫੈਸਲਾ ਲਿਆ ਗਿਆ ਵੀ ਆਰਗੈਨਿਕ ਜਿਹੜੀ ਫਾਰਮਿੰਗ ਆ, ਉਹ ਜਿਹੜੀ ਫਾਰਮਿੰਗ ਉਹਨੇ ਕੀਤੀ ਹੈਗੀ ਸਾਰੀ ਆਰਗੈਨਿਕ ਕੀਤੀ ਹੈ, ਕੋਈ ਰੇ ਸਪਰੇ ਨਹੀਂ ਕੀਤਾ, ਜਿਹਦਾ ਕਰਕੇ ਉਹਨੂੰ ਜਿਹੜਾ ਫਸਲ ਦਾ ਮੁੱਲ ਆ ਉਹ ਵੀ ਜ਼ਿਆਦਾ ਮਿਲਿਆ। ਤਾਂ ਉਹਨਾਂ ਨੇ ਇਹ ਫੈਸਲਾ ਲਿਆ ਗਿਆ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਉਹ ਜਿਹੜਾ ਕੰਮ ਆ ਉਹਨੂੰ ਹੋਰ ਵਧਾਵੇਗਾ ਤੇ ਨੌਜਵਾਨਾਂ ਲਈ ਜਿਹੜਾ ਇੱਕ ਤਰ੍ਹਾਂ ਦਾ ਉਹ ਬਰਨਾਲੇ ਜ਼ਿਲ੍ਹੇ ਦੇ ਜਿਹੜੇ ਨੌਜਵਾਨ ਨੇ ਜਿਹੜੇ ਅੱਡਾ ਲਾਉਣ ਦੇ ਵਿੱਚ ਜਾਂ ਕੰਮ ਕਰਨ ਦੇ ਵਿੱਚ ਜਾਂ ਹੱਥੀਂ ਕੰਮ ਕਰਨ, ਬਿਲਕੁਲ ਹੱਥੀਂ ਕੰਮ ਕਰਨਗੇ ਤਾਂ ਹੀ ਬਚਣਗੇ ਜੀ, ਐਵੇਂ ਨਹੀਂ ਗੱਲ ਬਣਨੀਗੀ। ਬਿਲਕੁਲ ਬਿਲਕੁਲ। ਤੇ ਉਹ ਇੱਕ ਮਿਸਾਲ ਬਣਿਆਗਾ ਤੇ ਉਹਨੇ ਫੈਸਲਾ ਲਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੋਰ ਜਿਹੜੀ ਨਾਲ ਜਿਹੜੀ ਖੇਤੀ ਹੈਗੀ ਉਹਨੂੰ ਵਧਾਇਆ ਜਾਊਗਾ, ਜਿਹੜੇ ਸਹਾਇਕ ਧੰਦੇ ਆ ਉਹ ਵੀ ਜਿਹੜੇ ਨਾਲ ਅਪਣਾਏ ਜਾਣਗੇ। ਉਮੀਦ ਆ ਵੀ ਜਿਹੜੀਆਂ ਸਾਡੀਆਂ ਰਿਪੋਰਟਾਂ ਨਸ਼ਰ ਹੋਣ ਤੋਂ ਬਾਅਦ ਹੋਰ ਵੀ ਜਿਹੜੇ ਨੌਜਵਾਨ ਆ ਵੀ ਉਹ ਆਪਣੇ ਇਸ ਤਰ੍ਹਾਂ ਹੱਥੀਂ ਕੰਮ ਕਰਨ ਨੂੰ ਤਰਜੀਹ ਦੇਣਗੇ, ਅੱਗੇ ਆਉਣਗੇ, ਤਾਂ ਹੀ ਜਿਹੜੀ ਕਿਸਾਨੀ ਆ ਉਹ ਬਚ ਸਕਦੀ ਆ ਜੀ। ਤੇ ਕਰੋਨਾ ਦੀ ਸਥਿਤੀ ਕੀ ਹੈ ਜੀ? ਜੀ ਕਰੋਨਾ ਦਾ ਬਰਨਾਲੇ ਦੇ ਵਿੱਚ ਦੇਖੀਏ ਤਾਂ 70 ਜਿਹੜੇ ਕੇਸ ਨੇਗੇ, ਉਹ ਚੋਂ 11 ਕੇਸ ਆ ਜਿਹੜੇ ਐਕਟਿਵ ਨੇ, ਬਾਕੀ ਠੀਕ ਹੋ ਗਏ ਨੇ। 2 ਦੀ ਪਹਿਲਾਂ ਮੌਤ ਹੋ ਚੁੱਕੀ ਸੀਗੀ। ਸਿਰਫ 2 ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਨਵੇਂ ਕੇਸ ਨੇ ਉਹ 'ਚ ਇੱਕ ਮਹਿਲ ਕਲਾਂ ਥਾਣੇ ਨਾਲ ਸੰਬੰਧਿਤ ਇੱਕ ਥਾਣੇਦਾਰ ਹੈਗਾ, ਇੱਕ ਲੁਧਿਆਣਾ ਤੋਂ ਇੱਕ ਥਾਣੇਦਾਰ ਆ, ਉਹ 2 ਜਿਹੜੇ ASI ਨੇ ਉਹ ਨਵੇਂ ਜਿਹੜੇ ਐਕਟਿਵ ਕੇਸ ਆਏ ਨੇ। ਬਾਕੀ ਫਿਲਹਾਲ ਜਿਹੜੀ ਸਥਿਤੀ ਹੈਗੀ ਬਰਨਾਲਾ ਦੇ ਵਿੱਚ ਜਿਹੜੀ ਉਹ ਠੀਕ ਹੈ ਜੀ। ਮਿਹਰਬਾਨੀ ਜੀ ਕਮਲ ਜੀ, ਤੁਹਾਡੀ ਸ਼ੁਕਰੀਆ। ਤੇ ਬਠਿੰਡੇ ਘਟਨਾ ਫਿਰ ਬਠਿੰਡੇ ਕ੍ਰਾਈਮ ਦੀ ਆਈ ਹੈ। ਜਿਸ ਤਰ੍ਹਾਂ ਮੋਗੇ ਤੁਹਾਨੂੰ ਦੱਸਿਆ ਕਿ ਹੁਣੇ ਥੋੜ੍ਹੀ ਦੇਰ ਪਹਿਲਾਂ ਗੋਲੀ ਚੱਲੀ ਹੈ, ਗੋਲੀ ਦੇ ਵਿੱਚ ਅਪਡੇਟ ਤੁਹਾਨੂੰ ਸਾਰੀ ਮਿਲ ਚੁੱਕੀ ਹੈ। ਤੇ ਬਠਿੰਡੇ ਦੇ ਵਿੱਚ ਜੇਲ੍ਹ ਦੇ ਵਿੱਚ ਗੈਂਗਸਟਰਾਂ ਨੇ ਨਸਾਂ ਕੱਟ ਲਈਆਂ ਨੇ। ਅਮਨਦੀਪ ਗੋਸਲ ਸਤਿ ਸ਼੍ਰੀ ਅਕਾਲ ਜੀ, ਕੀ ਹੈ ਸਾਰਾ ਮਾਮਲਾ? ਸਤਿ ਸ਼੍ਰੀ ਅਕਾਲ ਜੀ। ਜੀ ਦਾਨੀਆ ਸਾਹਿਬ, ਜਿਸ ਤਰ੍ਹਾਂ ਹਮੇਸ਼ਾ ਹੀ ਬਠਿੰਡਾ ਜੇਲ੍ਹ ਹੈ ਜਿਹੜੀ ਸੁਰੱਖਿਆ 'ਚ ਰਹੀ ਹੈ, ਤੇ ਅੱਜ ਇਹਦੇ 'ਚ ਸੁਰੱਖੀ ਦੇ ਵਿੱਚ ਇੱਕ ਵੱਡੀ ਸੁਰੱਖੀ ਜੁੜੀ ਹੈ ਵੀ ਜੇਲ੍ਹ ਦੇ ਅੰਦਰ 4 ਗੈਂਗਸਟਰਾਂ ਨੇ ਜਿਹੜੇ ਹੈਗੀਆਂ ਆਪਣੀਆਂ ਨਸਾਂ ਕੱਟ ਲਈਆਂ, ਪਰ ਹਾਲੇ ਤੱਕ ਪੁਲਿਸ ਵੱਲੋਂ ਇਹਦੇ ਘਟਨਾਕ੍ਰਮ ਦਾ ਜਿਹੜਾ ਅਸਲ ਕਾਰਨ ਹੈ ਉਹਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ 2 CI ਸਟਾਫ ਦੀ ਜਿਹੜੀ ਹੈਗੀ ਆ ਅਗਵਾਈ ਦੇ ਵਿੱਚ ਇਹਨਾਂ ਨੂੰ ਬਠਿੰਡਾ ਇਲਾਜ ਦੇ ਲਈ ਲਿਆਂਦਾ ਗਿਆ ਜੀ। ਇਹਨਾਂ 'ਚ ਇੱਕ ਤਾਂ ਜਿਹੜਾ ਹੈਗਾ ਨਾਮੀ ਇਹ ਹੈ ਵੀ ਉਹਦੇ ਉੱਤੇ 3-4 ਕਤਲ ਦੇ ਤੇ ਅਟੈਂਪਟ ਟੂ ਮਰਡਰ ਦੇ ਜਿਹੜੇ ਹੈਗੇ ਆ ਮਾਮਲੇ ਦਰਜ ਨੇ ਜੀ ਜੀ। ਇਹ ਘਟਨਾ ਦੇ ਪਿੱਛੇ ਕੀ ਕਾਰਨ ਰਹੇ? ਬਿਲਕੁਲ, ਇੱਕ ਤੁਹਾਨੂੰ ਯਾਦ ਹੋਏਗਾ ਕਿ ਕਈ ਸਾਲ ਪਹਿਲਾਂ ਜਦੋਂ ਜੇਲ੍ਹ ਅੰਦਰ ਹੁੰਦੀ ਸੀ ਉਦੋਂ ਇੱਕ ਇਸੇ ਤਰ੍ਹਾਂ ਗੈਂਗਸਟਰ ਨੇ ਆਪਣੇ ਆਪ ਨੂੰ ਬਿਮਾਰ ਕਰਕੇ ਤੇ ਬਾਅਦ ਦੇ ਵਿੱਚ ਜੇਲ੍ਹ ਚੋਂ ਫਰਾਰ ਹੋ ਗਿਆ ਸੀਗੇ। ਤੁਹਾਨੂੰ ਹਜੇ ਤੱਕ ਬਹੁਤ ਪੁਲਿਸ ਨੂੰ ਹੱਥ ਨਹੀਂ ਲੱਗਾ। ਬਿਲਕੁਲ ਜੀ, ਕਈ ਮਾਮਲੇ ਨੇ ਲਗਾਤਾਰ ਬਠਿੰਡਾ ਜੇਲ੍ਹ ਸੁਰੱਖਿਆ 'ਚ ਬਣੀ ਹੋਈ ਹੈ। ਕਦੇ ਉੱਥੇ ਨਸ਼ੇ ਮਿਲ ਰਹੇ ਆ, ਕਦੇ ਉੱਥੇ ਮੋਬਾਈਲ ਫੋਨ ਮਿਲ ਰਹੇ ਆ, ਕਦੇ ਉਹਨਾਂ ਜਿਹੜੇ ਕਰਮਚਾਰੀ ਨੇ ਜੇਲ੍ਹ ਦੇ ਕਰਮਚਾਰੀ ਉਹ ਨਸ਼ਾ ਸਪਲਾਈ ਕਰਦੇ ਫੜੇ ਜਾਂਦੇ ਨੇ। CRPF ਦੀ ਤੈਨਾਤੀ ਕੀਤੀ ਹੈ, ਪਰ ਘਟਨਾ ਜਿਹੜੀਆਂ ਲਗਾਤਾਰ ਵਾਪਰ ਰਹੀਆਂ ਹੈ ਵੀ ਇਹ ਐਡਾ ਜਿਹੜਾ ਸਿਸਟਮ ਹੈ ਕੌਣ ਚਲਾ ਰਿਹਾ ਹੈ, ਕਿੱਥੇ ਜਿਹੜੀ ਹੈਗੀ ਸੁਰੱਖਿਆ ਦੇ ਵਿੱਚ ਜਿਹੜਾ ਹੈਗਾ ਇਹ ਸੇਧਮਾਰੀ ਹੋ ਰਹੀ ਹੈ। ਇਸ ਮਾਮਲੇ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਨਾ ਜੇਲ੍ਹ ਅਧਿਕਾਰੀ ਬੋਲਣ ਨੂੰ ਤਿਆਰ ਆ, ਨਾ ਪੁਲਿਸ ਵਿਭਾਗ ਬੋਲਣ ਨੂੰ ਤਿਆਰ ਆ। ਬਸ ਜਾਂਚ ਦੇ ਨਾਲ ਤੇ ਖਾਨਾ ਪੂਰਤੀ ਜ਼ਰੂਰ ਕੀਤੀ ਜਾਂਦੀ ਹੈ ਜੀ। ਠੀਕ ਹੈ ਜੀ, ਅਸੀਂ ਜਾਂਚ ਕਰ ਰਹੇ ਹਾਂ, ਜਿਹੜੇ ਅਗਲੇਰੇ ਕਾਰਨ ਹੈ ਉਹ ਅਸੀਂ ਦੱਸ ਦਿਆਂਗੇ, ਪਰ ਉਹ ਕਦੇ ਸਾਹਮਣੇ ਨਹੀਂ ਆਏ ਹੈ। ਕੀ ਪੱਤਰਕਾਰ ਗੱਲ ਕਰ ਸਕੇ ਇਹਨਾਂ ਗੈਂਗਸਟਰਾਂ ਨਾਲ? ਕੋਈ ਅੰਦਰ ਦੇਖੋ ਜੀ, ਅਸੀਂ ਉੱਥੇ 2 ਘੰਟੇ ਜਿਹੜਾ ਹੈਗਾ ਇਲਾਜ ਦੌਰਾਨ ਇਹਨਾਂ ਕੋਲ ਖੜੇ ਰਹੇ। ਪਹਿਲਾਂ ਤਾਂ ਬੜੀ ਜਿਹੜਾ ਹੈਗਾ ਦੋਨੇ ਜਿਹੜਾ CI ਸਟਾਫ 1 ਦੇ ਇੰਚਾਰਜ ਨੇ ਅੰਦਰ ਵੜ ਕੇ ਜਿਹੜਾ ਹੈਗਾ ਐਮਰਜੈਂਸੀ ਨੂੰ ਲੌਕ ਲਾ ਲਿਆ, ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਜੀ। ਪਰਦੇ ਕਰਕੇ ਉਹਨਾਂ ਦਾ ਇਲਾਜ ਕੀਤਾ ਗਿਆ। ਉਹਨਾਂ ਨਾਲ ਉੱਥੇ ਪੂਰੀ ਖੁਸਰ ਮੁਸਰ ਕੀਤੀ, ਜਿਸ ਤਰ੍ਹਾਂ ਉਹਨਾਂ ਨੂੰ ਦਬਕਾਇਆ ਜਾ ਰਿਹਾ ਹੋਵੇ ਏਦਾਂ ਪ੍ਰਤੀਤ ਹੋ ਰਿਹਾ ਸੀ। ਉਹਨਾਂ ਨੇ ਮੀਡੀਆ ਸਾਹਮਣੇ ਜ਼ਬਾਨ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਬੜਾ ਉਹਨਾਂ ਨਾਲ ਸਵਾਲ ਜਵਾਬ ਕੀਤੇ ਗਏ, ਪਰ ਉਹਨਾਂ ਨੇ ਕਿਸੇ ਗੱਲ ਦੇ ਉੱਤੇ ਕੋਈ ਜਵਾਬ ਦੇਣ ਦਾ ਜਿਹੜਾ ਹੈਗਾ ਮੁਨਾਸਬ ਨਹੀਂ ਸਮਝਿਆ ਹੈਗਾ। ਇਲਾਜ ਕਰਾਇਆ, ਉਹਨਾਂ ਦੀਆਂ ਬਾਹਾਂ ਦੇ ਉੱਤੇ ਪੱਟੀਆਂ ਲਪੇਟੀਆਂ ਹੋਈਆਂ ਸੀ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਸੀ ਵੱਡੀ ਜਿਹੜੇ ਹੈਗਾ ਕਾਰਨ ਹੈ। ਇੱਕ ਜਿਹੜਾ ਹੈਗਾ ਵਿਅਕਤੀ ਜਿਹੜਾ ਜੇਲ੍ਹ ਚੋਂ ਲਿਆਂਦਾ ਗਿਆ ਸੀ, ਉਹਦੇ ਹੱਥ ਜਦੋਂ ਬਠਿੰਡਾ ਲੈ ਕੇ ਆਏ ਨਾ ਖੂਨ ਨਾਲ ਲਿਬੜੇ ਹੋਏ ਸੀ ਪੂਰੀ ਤਰ੍ਹਾਂ। ਠੀਕ ਹੈ ਨਾ ਜੀ, ਤੇ ਉਹ ਲੰਗ ਮਾਰ ਕੇ ਤੁਰਿਆ ਸੀ। ਕਾਰਨ ਕਈ ਨੇ, ਪਰ ਜਿਹੜਾ ਹੈਗਾ ਸਪਸ਼ਟ ਤੌਰ ਤੇ ਪੁਲਿਸ ਡਿਪਾਰਟਮੈਂਟ ਸਿਰਫ ਇਹ ਗੱਲ ਕਹਿ ਰਿਹਾ ਵੀ ਇਹਨਾਂ ਨੇ ਜੇਲ੍ਹ ਅੰਦਰ ਜਿਹੜੀਆਂ ਹੈਗੀਆਂ ਆਪਣੀਆਂ ਨਸਾਂ ਕੱਟ ਲਈਆਂ। 4 ਵਿਅਕਤੀਆਂ ਵੱਲੋਂ ਨਸਾਂ ਕੱਟੀਆਂ ਜਾਣਾ ਕੋਈ ਮਾੜਾ ਮੋਟਾ ਕਾਰਨ ਨਹੀਂ ਹੈਗਾ ਜੀ ਜੀ। ਇਸ ਦੇ ਪਿੱਛੇ ਕੋਈ ਬਹੁਤ ਵੱਡਾ ਕਾਰਨ ਹੈ ਜੋ ਜੇਲ੍ਹ ਅੰਦਰ ਜਿਹੜਾ ਹੈਗਾ ਕਿ ਆਪਾਂ ਕਹਿ ਦਈਏ ਨੈਕਲੈਸ ਚੱਲ ਰਿਹਾ, ਉਹ ਉਹਨਾਂ ਨੂੰ ਲੈ ਕੇ ਵੱਡਾ ਖੁਲਾਸਾ ਹੋ ਸਕਦਾ ਜੇ ਇਹਦੀ ਨਿਰਪੱਖ ਤੌਰ ਦੇ ਉੱਤੇ ਜਾਂਚ ਕਰਾਈ ਜਾਵੇ ਜੀ। ਕੋਈ ਵਿਅਕਤੀ ਦੀ ਇੰਨੀ ਹਿੰਮਤ ਨਹੀਂ ਹੁੰਦੀ ਵੀ ਆਪਣੀਆਂ ਨਸਾਂ ਕੱਟ ਲਵੇ, ਉਹ ਵੀ ਜੇਲ੍ਹ ਦੇ ਅੰਦਰ। ਗੱਲ ਸੋਚਣ ਵਾਲੀ ਹੈ ਵੀ ਅੰਦਰ ਜਿਹੜਾ ਹੈਗਾ ਕੱਟਣ ਲਈ ਜਿਹੜਾ ਤਿੱਖਾ ਔਜ਼ਾਰ ਨੇ ਉਹ ਕਿਸ ਤਰ੍ਹਾਂ ਗਏ, ਕਿਵੇਂ ਉਪਲਬਧ ਕਰਾਏ ਗਏ? ਬਿਲਕੁਲ, ਔਜ਼ਾਰ ਤਾਂ ਪਤਾ ਹੀ ਹੈ ਜੀ, ਇਹ ਤਾਂ ਚਮਚਿਆਂ ਦੀਆਂ ਤਿੱਖੀਆਂ ਛੁਰੀਆਂ ਬਣਾ ਲੈਂਦੇ ਨੇ, ਜਿਹੜੇ ਚਮਚੇ ਹੁੰਦੇ ਨੇ ਹੋਰ ਹੁੰਦੇ ਨੇ। ਤੇ ਮਸਲਾ ਇਹ ਹੈ ਕਿ ਕੱਟਿਆ ਜਾਣਾ ਵੀ ਕੀ ਇਹ ਕੋਈ ਸਾਜ਼ਿਸ਼ ਸੀ ਜਾਂ ਕਿਵੇਂ ਸੀ, ਕਿੰਨੀਆਂ ਕੁ ਨਸਾਂ ਕੱਟੀਆਂ, ਕੀ ਹੋਇਆ, ਕਿਉਂ ਕੱਟੀਆਂ, ਕੀ ਇਹਨਾਂ ਤੇ ਤਸ਼ੱਦਦ ਹੋਇਆ ਜਾਂ ਅੰਦਰ ਕੀ ਘਟਨਾ ਸੀ, ਇਹ ਇੱਕ ਜਾਂਚ ਦਾ ਵਿਸ਼ਾ ਆਪਣੇ ਆਪ ਦੇ ਵਿੱਚ।
ਬਿਲਕੁਲ ਜੀ, ਕਈ ਗੱਲਾਂ ਜਿਹੜੀਆਂ ਸਵਾਲ ਖੜੇ ਕਰਦੀਆਂ, 4 ਵਿਅਕਤੀਆਂ ਦਾ ਇੱਕੋ ਤਰ੍ਹਾਂ ਨਾਲ ਇੱਕੋ ਉਸ ਦੇ ਉੱਤੇ ਜਿਹੜਾ ਹੈਗਾ ਬਾਂਹ ਕੱਟੀ ਜਾਣੀ, ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੋਏਗਾ ਨਾ। ਜੀ ਕਰੋਨਾ ਦੀ ਕੀ ਸਥਿਤੀ ਹੈ ਜੀ? ਕਰੋਨਾ ਦਾ ਜਿਹੜਾ ਹੈਗਾ ਜੀ ਬਠਿੰਡਾ ਦੇ ਵਿੱਚ ਕਹਿਰ ਲਗਾਤਾਰ ਜਾਰੀ ਹੈ। 208 ਪੋਜ਼ਿਟਿਵ ਮਾਮਲੇ ਜਿਹੜੇ ਹੈਗੇ ਹੁਣ ਤੱਕ ਬਠਿੰਡਾ ਦੇ ਵਿੱਚ ਆਏ ਸੀ, ਜਿਨ੍ਹਾਂ ਦੇ ਵਿੱਚੋਂ 80 ਦੇ ਕਰੀਬ ਜਿਹੜੇ ਹੈਗੇ ਆ ਹਲੇ ਵੀ ਐਕਟਿਵ ਕੇਸ ਨਹੀਂ ਹੈਗੇ ਜੀ। ਜ਼ਿਆਦਾਤਰ ਜਿਹੜੇ ਦੂਜੇ ਸੂਬਿਆਂ ਤੋਂ ਪਰਤ ਕੇ ਆਏ ਲੋਕ ਸੀਗੇ, ਉਹਨਾਂ ਦੇ ਵਿੱਚੋਂ ਜਿਹੜੇ ਪੋਜ਼ਿਟਿਵ ਪਾਏ ਗਏ ਨੇ ਜੀ। 1-2 ਲੇਬਰ ਦੇ ਵੀ ਹੈਗੇ ਆ, ਤੇ 2 ਜਿਹੜੇ ਹੈਗੇ ਆ ਆਪਣਾ ਬਰੇਲੀ ਤੋਂ ਪਰਤੇ ਸੀ ਹਾਊਸ ਫਾਈਟ ਦੇ ਵਿੱਚ, ਉਹਨਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਸੀ। ਰਿਪੋਰਟ ਆਉਣ ਤੋਂ ਬਾਅਦ ਜਿਹੜਾ ਖੁਲਾਸਾ ਹੋਇਆ ਵੀ ਜਿਹੜਾ ਹੈਗਾ ਇਹ ਪੋਜ਼ਿਟਿਵ ਨੇ। ਇਹ ਪਹਿਲਾਂ ਤਾਂ ਜਦੋਂ ਆਪਾਂ ਨੂੰ ਯਾਦ ਹੈ ਕਿ ਕਈ ਦਿਨ ਨਹੀਂ ਸੀ, 8-8 9 ਦਿਨ ਤਾਂ ਆਪਣੇ ਸਬਜ਼ੀ ਵਿਕਰੇਤਾ ਦਾ ਨਹੀਂ ਸੈਂਪਲ ਆਇਆ ਸੀ। ਹੁਣ ਕਿੰਨੇ ਦਿਨਾਂ 'ਚ ਰਿਜ਼ਲਟ ਆ ਰਿਹਾ ਜੀ? ਰਿਜ਼ਲਟ ਦੇਖੋ ਜੀ 24 ਤੋਂ 48 ਘੰਟਿਆਂ ਦੇ ਵਿਚਕਾਰ ਇਹ ਰਿਜ਼ਲਟ ਦੇ ਰਹੇ ਨੇ ਜੀ। ਦੇਖੋ ਲਗਾਤਾਰ ਟੈਸਟਿੰਗ ਜਾਰੀ ਹੈ, ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ, ਪਰ ਲਗਾਤਾਰ ਜਿਹੜੇ ਕਰੋਨਾ ਦੇ ਵੱਧ ਰਹੇ ਕਾਰਨ ਨੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਨੇ। ਲੋਕਾਂ ਨੂੰ ਜਿਹੜੇ ਸੋਸ਼ਲ ਡਿਸਟੈਂਸਿੰਗ, ਫੇਸ ਮਾਸਕ ਤੇ ਸੈਨੀਟਾਈਜ਼ਰ ਨੂੰ ਘੱਟੋ ਘੱਟ ਆਪਣੇ ਨਾਲ ਰੱਖਣਾ ਚਾਹੀਦਾ। ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤੇ ਇਸ ਦੇ ਨਾਲ ਹੀ ਜੀ ਕੁਝ ਤੁਸੀਂ ਜਿਵੇਂ ਆ ਰਹੀਆਂ ਨੇ ਚਮਨਪ੍ਰਾਸ਼ ਵਗੈਰਾ ਤੇ ਹੋਰ ਚੀਜ਼ਾਂ ਵੀ ਖਾਓ ਜਿਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਵੇ। ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀ ਬੜੀ ਜ਼ਰੂਰਤ ਹੈ। ਸੋ ਪਾਣੀ ਪੀਂਦੇ ਰਹੋ, ਹੋਰ ਸਾਰਾ ਕੁਝ ਕਰਦੇ ਰਹੋ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨਾ ਨੂੰ ਦਿਓ ਇਜਾਜ਼ਤ। ਫਿਰ ਮਿਲਦੇ ਹਾਂ ਜੀ ਕੱਲ ਨੂੰ 5:30 ਵਜੇ।